ਧੰਨ ਗੁਰੂ ਨਾਨਕ ਵਾਹਿਗੁਰੂ। ਗੁਰ ਸਮਰੱਥ ਗੁਰ ਨਿਰੰਕਾਰ ਗੁਰ ਊਚਾ ਅਗਮ ਅਪਾਰ। ਗੁਰ ਕੀ ਮਹਿਮਾ ਅਗੰਮ ਹੈ ਕਿਆ ਕਥੇ ਕਥਨ ਹਾਰ। ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਧੰਨ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪਹਿਲਾ। ਸਿੱਧ ਗੋਸ਼ਟ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਹਾਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆਨੇ। ਕੰਧ ਮੂਲ ਉਹਾਰੋ ਖਾਈਐ ਅਉਦੂ ਬੋਲੇ ਗਿਆਨੇ। ਤੀਰਥ ਨਾਈਐ ਸੁਖ ਪਲ ਪਾਈਐ ਮੈਲ ਨ ਲਾਗੇ ਕਾਹੀ। ਗੋਰਖ ਪੁੱਤ ਲੋਰੀ ਪਾ ਬੋਲੇ ਜੋਗ ਜੋਗਤ ਬਿਦ ਸਾਈ। ਤਖਤ ਚਵਰ ਛਤਰ ਦੇ ਸਦੀਮੀ ਸੱਚੇ ਪਾਤਸ਼ਾਹ। ਸ਼ਬਦ ਗੁਰੂ ਸਦੀਮੀ ਗੁਰੂ ਸੱਚਾ ਗੁਰੂ ਜੀਵ ਆਤਮਾ ਦਾ ਇੱਕੋ ਇੱਕ ਗੁਰੂ। ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਸੱਚੇ ਬਾਪ ਜੀ ਦੀ ਬਾਪ ਦੀ ਗੋਦੀ ਵਿੱਚ ਸਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ। ਸ਼ਬਦ ਦੀ ਵਿਚਾਰ ਤੋਂ ਪਹਿਲਾਂ ਕਰੋ ਕਿਰਪਾ ਮਹਾਰਾਜ ਜੀਵ ਆਤਮਾ ਤੇ ਨਜ਼ਰ ਕਰੋ। ਸਾਰੀ ਸੰਗਤ ਦਿਓ ਆਸ਼ੀਰਵਾਦ। ਸ਼ਬਦ ਦੀ ਵਿਚਾਰ ਤੋਂ ਪਹਿਲਾਂ ਬੁਲਾਓ ਸਾਰੀ ਸੰਗਤ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਵ ਆਤਮਾ ਰੱਬ ਨੂੰ ਵਿਛੜਿਆ ਹੋਇਆ, ਰੱਬ ਦਾ ਪੁੱਤ। ਆਪਾਂ ਸਾਰੀ ਸਿੱਖਿਆ ਸਾਨੂੰ ਹੈ। ਅਸੀਂ ਹੁਣ ਤਰਨਾ ਪਾਤਸ਼ਾਹ ਦੀ ਕਿਰਪਾ ਨਾਲ ਸਤਿਗੁਰ ਦੀ ਸ਼ਰਨ ਲੈ ਕੇ ਤੇ ਇਹ ਆਪਣੇ ਜੀਵ ਆਤਮਾ ਜਦੋਂ ਵਿਛੜਿਆ ਹੋਇਆ ਸੀ ਤਾਂ ਅਲੱਗ-ਅਲੱਗ ਆਪੋ ਆਪਣਾ ਰਾਹ ਬਣਾਇਆ ਹੋਇਆ ਸੀ। ਪੰਥ ਆਪੋ ਆਪਣੇ ਮੱਤ ਧਾਰਨ ਕੀਤੇ ਹੋਏ ਸੀ, ਹੁਣ ਵੀ ਕਰੇ ਨੇ। ਤੇ ਸੱਚੇ ਪਾਤਸ਼ਾਹ ਨੇ ਪ੍ਰਗਟ ਹੋ ਕੇ ਤੇ ਸਾਰਿਆਂ ਨੂੰ ਭਾਈ ਆਪਣਾ ਜਿਹੜਾ ਪੰਥ ਰਾਹ ਨਰਾਲਾ ਸੀ ਉਹ ਸਾਰਿਆਂ ਨੂੰ ਆ ਕੇ ਦੱਸਿਆ ਕਿ ਰੱਬ ਨਾਲ ਮਿਲਾਪ ਉਹੀ ਕਰਾ ਸਕਦਾ ਹੈ ਜਿਹਦੇ ਅਸੀਂ ਪੁੱਤ ਹਾਂ ਤੇ ਜੀ ਤੋਂ ਅਸੀਂ ਵਿਛੜੇ ਹੋਏ ਹਾਂ। ਉਹੀ ਬਾਪ ਨੂੰ ਪਤਾ ਹੈ ਤੇ ਉਹ ਸਾਡਾ ਬਾਪ ਜਾਗਦੀ ਜੋਤ ਹੈ ਤੇ ਉਹਦੇ ਅਸੀਂ ਜੀਵ ਆਤਮਾ ਇਸ ਸਰੀਰ 'ਚ ਭੇਜੇ ਗਏ ਹਾਂ। ਵਿੱਚ ਇਹ ਫਿਰ ਦੁਬਾਰਾ 12 ਦੱਸਣਾ ਪੈਂਦਾ ਹੈ। ਆਪਾਂ ਇਹਦੇ ਵਿੱਚ ਆ ਕੇ ਥੋੜ੍ਹਾ ਚਿਰ ਰਹਿਣ ਵਾਲੇ ਹਾਂ ਤੇ ਰੱਬ ਨਾਲ ਵਿਛੜ ਕੇ ਆਏ ਹਾਂ ਤੇ ਮੁੜ ਕੇ ਮਿਲਾਪ ਹਾਸਲ ਕਰਨਾ ਹੈ ਤੇ ਮੁੜ ਕੇ ਸਦੀਮੀ ਸਾਨੂੰ ਗੋਦ ਪਾਤਸ਼ਾਹ ਦੀ ਸੱਚਖੰਡ ਪ੍ਰਾਪਤ ਹੋ ਜਾਏ। ਹੁਣ ਇਹ ਸਿੱਧ ਵੀ ਲੱਗੇ ਸੀ। ਉਹ ਕਹਿੰਦੇ ਸੀ ਵੀ ਅਸੀਂ ਰੱਬ ਨੂੰ, ਜੋਗੀ ਹੁੰਦਾ ਹੀ ਆ ਵੀ ਰੱਬ ਨੂੰ ਮਿਲਿਆ ਹੋਇਆ, ਪਰੰਤੂ ਜੋਗੀ ਇੱਕੋ ਹੀ ਪੁਰਖ ਆ ਦੁਨੀਆ 'ਚ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਤੇ ਉਹੀ ਜੋਗੀ ਪੁਰਖ ਗੁਰਸਿੱਖਾਂ ਨੂੰ ਵੀ ਬਣਾਉਂਦਾ ਹੈ। ਪਰੰਤੂ ਇਹ ਜੋਗੀ ਆਪਣੇ ਨਾਮ ਨਾਲ ਸਾਰੀ ਦੁਨੀਆ ਕੋਈ ਆਪਣੇ ਨਾਮ ਨਾਲ ਜਿਹੜੇ ਜਿੱਧਰ ਵੀ ਲੱਗੇ ਉਹ ਆਪਦੇ ਨਾਮ ਨਾਲ ਕੁਛ ਬਣਾ ਲਿਖੀ ਜਾਣੇ, ਝੂਠਾ ਹੀ ਕੰਮ ਹੈ। ਤੇ ਹੁਣ ਅੱਗੇ ਸਿੱਧਾਂ ਦੇ ਸਵਾਲ ਸੀ ਨਾਮ ਕੀ ਹੈ ਤੁਹਾਡਾ। ਪਾਤਸ਼ਾਹ ਨੇ ਸਾਰਾ ਕੁਝ ਪੁੱਛਿਆ। ਇਹ ਬੜੀ ਪਿਆਰ ਨਾਲ ਵਾਰਤਾਲਾਪ ਆ ਜਿਹੜੇ ਕੁਐਸਚਨ ਆਨਸਰ ਨੇ। ਫਿਰ ਉਹਨਾਂ ਨੇ ਪੁੱਛਿਆ ਵੀ ਕਿਵੇਂ ਅਸੀਂ ਪਾਰ ਲੰਘਾਂਗੇ, ਇਹ ਭਵਜਲ ਸੰਸਾਰ ਤੋਂ ਬੜਾ ਔਖਾ ਹੈ। ਤੇ ਪਾਤਸ਼ਾਹ ਨੇ ਉਹ ਵੀ ਤਰੀਕਾ ਦੱਸਿਆ।
ਵੱਡੀ ਗੱਲ ਤਾਂ ਇਹ ਵੀ ਸਤਿਗੁਰ ਦੀ ਸ਼ਰਨ ਲੈਣੀ ਪਊ। ਇਹ ਗੁਰਮਤ ਦੀ ਹੈਗੀ, ਸਤਿਗੁਰ ਦੀ ਸ਼ਰਨ ਲੈਣੀ ਪਊ। ਅਤੇ ਉੱਥੋਂ ਸੱਚੇ ਸ਼ਬਦ ਨਾਲ ਪਾਤਸ਼ਾਹ ਨੇ ਗੱਲ ਹੀ ਕਹਿ ਦਿੱਤੀ ਵੀ ਸੱਚੇ ਸ਼ਬਦ ਤੋਂ ਬਿਨਾਂ ਤਾਂ ਮੁਕਤੀ ਹੋਣੀ ਹੀ ਨਹੀਂ। ਉਹ ਸਤਿਗੁਰ ਦੀ ਸ਼ਬਦ ਸੱਚਾ ਪਾਤਸ਼ਾਹ ਹੀ ਹੈ ਕੇਵਲ। ਅਤੇ ਫਿਰ ਪਾਤਸ਼ਾਹ ਨੇ ਕਿਹਾ ਵੀ ਜਿਹੜੀ ਸੁਰਤ ਆ ਤੁਹਾਡੀ ਆਪਣੀ ਸਾਰੇ ਜੀਵ ਆਤਮਾ 'ਚ, ਉਹ ਮੇਰਾ ਪੁੱਤਰ ਉਹ ਅੱਡ ਹੋਇਆ ਸੁਰਤ ਕਰਕੇ। ਹੈ ਤਾਂ ਮੇਰਾ ਪੁੱਤਰ ਸੀ, ਪਰ ਸੁਰਤ ਕਰਕੇ ਹੈ ਸ਼ਬਦ ਰੂਪ ਹੀ ਸੀ, ਪਰੰਤੂ ਸੁਰਤ ਕਰਕੇ ਮੇਰੇ ਤੋਂ ਵੱਖਰਾ ਹੋ ਗਿਆ। ਆਪਦੀ ਵੱਖਰੀ ਹਸਤੀ ਮੰਨੀ ਬੈਠਾ ਹੈ ਅਤੇ ਉਹ ਸੁਰਤ ਦੇ ਸ਼ਬਦ ਦਾ ਅਭਿਆਸ ਕਰੂਗਾ, ਨਾਮ ਦੀ ਦਾਤ ਲਊਗਾ ਅਤੇ ਫਿਰ ਉਹ ਜਿਵੇਂ ਕਮਲ ਰਹਿੰਦਾ ਹੈ ਉਹ ਰਹੇਗਾ, ਨਿਰਲੇਪ ਅਤੇ ਇਕਾਂਤ 'ਚ ਰਹੂਗਾ, ਇੱਕੋ ਹੀ ਮਨ ਵਿੱਚ ਵਸਿਆ ਰਹੂਗਾ। ਇਹ ਸਾਰੇ ਪਹਿਲਾਂ ਪ੍ਰਸ਼ਨਾਂ ਦੇ ਉੱਤਰ ਦੇ ਚੁੱਕੇ ਆ ਪਾਤਸ਼ਾਹ। ਪਰ ਅਗਮ ਗੋਚਰ ਦੇਖ ਦਿਖਾਏ ਨਾਨਕ ਤਾਂ ਕੋ ਦੱਸੋ, ਜਿਹੜਾ ਅਗਮ ਸਾਡੀ ਪਹੁੰਚ ਤੋਂ ਪਰੇ ਹੈ, ਸਾਡੀਆਂ ਇੰਦਰੀਆਂ ਵੀ ਨਹੀਂ ਉਹਨੂੰ ਜਾਣ ਸਕਦੀਆਂ। ਵਾਹਿਗੁਰੂ ਇੰਨਾ ਸੂਖਸ਼ਮ ਆ, ਜੇ ਉਹ ਸੂਖਸ਼ਮ ਨਾ ਹੋਵੇ ਤਾਂ ਸਾਡੀ ਮੂੰਹ ਆਪਾਂ ਉਹਦਾ ਮੁੱਲ ਹੀ ਨਾ ਕੋਈ ਹੋਵੇ। ਸਭ ਬੈਠਾ ਬਹੁਤ ਸੂਖਸ਼ਮ ਪਿੱਛੇ ਬੈਠਾ ਤਮਾਸ਼ਾ ਦੇਖ ਰਿਹਾ ਸਾਰਾ, ਅਤੇ ਅਸੀਂ ਉਹਦੇ ਸੂਖਸ਼ਮ ਹੀ ਪੁੱਤ ਹਾਂ ਜਿਹਨੂੰ ਸਮਝਾ ਰਿਹਾ। ਇਹ ਵੀ ਨਹੀਂ ਵੀ ਅਸੀਂ ਕੋਈ ਵੱਡੇ ਹਾਂ, ਅਸੀਂ ਹੈ ਬਹੁਤ ਸਾਡਾ ਸੂਖਸ਼ਮ ਸਰੀਰ ਹੈ ਜਿਹੜਾ ਅੰਦਰ, ਜਿਹੜਾ ਸੱਚਾ ਸਰੀਰ ਹੈ। ਅਤੇ ਉਹ ਸੱਚੇ ਸਰੀਰਾਂ ਦੀ ਸਾਰੀ ਸ੍ਰਿਸ਼ਟੀ ਵਿੱਚ ਸੱਚੇ ਸਰੀਰਾਂ ਦੀ ਮਨੁੱਖਤਾ ਦਾ ਤਮਾਸ਼ਾ ਦੇਖ ਰਿਹਾ। ਉਹ ਸਰੀਰ ਹੀ ਜਿਹੜੇ ਸੂਖਸ਼ਮ ਨੇ, ਉਹ ਸਾਰੀ ਸ੍ਰਿਸ਼ਟੀ ਵਿੱਚ ਉਹਦੀ ਨਿਗਾਹ 'ਚ ਨੇ ਸਾਰੇ। ਬਾਹਰਲਾ ਤਾਂ ਝੂਠਾ ਐਵੇਂ ਇੱਕ ਪੁਤਲਾ ਹੀ ਹੈ ਜਿਹਦੇ ਵਿੱਚ ਆਪਾਂ ਆਏ ਹੋਏ ਹਾਂ। ਆਓ ਅਤੇ ਪਰੰਤੂ ਅਗਮ ਗੋਚਰ ਨੂੰ ਉਹ ਗੁਰੂ ਨਾਨਕ ਹੀ ਦਿਖਾ ਸਕਦਾ ਹੈ। ਇਹ ਵੀ ਸਮਝੀਏ, ਜਿਹਨੇ ਆਪ ਦਰਸ਼ਨ ਕੀਤੇ ਨੇ, ਆਪ ਜਾਣਦਾ ਹੈ ਵਾਹਿਗੁਰੂ ਨੂੰ, ਵਾਹਿਗੁਰੂ ਆਪ ਹੀ ਹੈ, ਅਤੇ ਉਹੀ ਸਾਡੇ ਦਰਸ਼ਨ ਕਰਾ ਸਕਦਾ। ਕਿਤੇ ਭੁਲੇਖਾ ਨਾ ਰਹਿ ਜੇ ਵੀ ਕੋਈ ਦਰਸ਼ਨ ਹੋਰ ਬੰਦਾ ਕਰਾ ਸਕਦਾ ਹੈ, ਨਾ। ਹੁਣ ਅਗਲਾ ਪ੍ਰਸ਼ਨ ਉਹਨਾਂ ਨੇ ਕਰਿਆ ਬਹੁਤ ਵੀ ਹਜੇ ਵੀ ਉਹ ਉਹਨਾਂ ਦੇ ਅੰਦਰ ਆਪਣੀ, ਉਹਨਾਂ ਨੂੰ ਗੁਰੂ ਸਾਹਿਬ ਦੀ ਸਿਆਣ ਨਹੀਂ ਹੈ ਅਤੇ ਸਤਿਗੁਰ ਦਾ ਰਾਹ ਨਹੀਂ ਇਖਤਿਆਰ ਕਰਨ ਨੂੰ ਤਿਆਰ, ਅਤੇ ਉਹ ਆਪਣਾ ਯੋਗ ਮਤ ਨੂੰ ਹੀ ਕਹਿੰਦੇ ਆ ਵੀ ਅਸੀਂ ਤਾਂ ਬਹੁਤ ਉੱਚੇ ਹਾਂ। ਹਰੇਕ ਆਪਦੇ ਆਪ ਨੂੰ ਸਮਝਦਾ ਵੀ ਅਸੀਂ ਤਾਂ ਤਰੇ ਹੋਏ ਹਾਂ। ਅਤੇ ਹਾਟੀ ਬਾਟੀ ਰਹੇ ਨਰਾਲੇ ਰੂਖ ਬਿਰਖ ਦਿਆਨੇ। ਆਪਾਂ ਹੁਣ ਸਵਾਲ, ਇਹ ਉਹਨਾਂ ਦਾ ਸਵਾਲ ਹੈ ਬਈ ਅਸੀਂ ਨਾ ਦੁਕਾਨਾਂ ਆ ਜਿਹੜੇ ਸੰਸਾਰੀ ਧੰਦਿਆਂ ਤੋਂ ਪਰੇ, ਸੰਸਾਰਕ ਸਮਝ ਲਾ, ਬਾਹਰ ਬਾਟੀ ਹੋ ਗਿਆ, ਬਾਹਰਲਾ ਜੰਗਲ, ਉੱਥੋਂ ਅਸੀਂ ਨਰਾਲੇ ਰਹਿੰਦੇ ਹਾਂ, ਰੁੱਖਾਂ ਬਿਰਖਾਂ 'ਚ ਅਸੀਂ ਰਹਿੰਦੇ ਹਾਂ, ਜੰਗਲਾਂ 'ਚ। ਆਹ ਦੇਖੋ ਆਪਦਾ ਦੱਸਣ ਲੱਗੇ ਹੋ, ਅਤੇ ਕੰਧ ਮੂਲ ਖਾਂਦੇ ਹਾਂ, ਉੱਥੇ ਗਾਜਰ ਮੂਲੀ ਖਾ ਕੇ ਅਤੇ ਗੁਜ਼ਾਰਾ ਕਰ ਲੈਂਦੇ ਹਾਂ। ਇਹ ਸਾਡਾ, ਇਹ ਉਹ ਜੋਗੀ ਬੋਲਦਾ ਹੈ, ਇਹ ਆਹਾਰ ਹੈ ਖਾਣ ਦਾ। ਆਪਦਾ ਗਿਆਨ ਦੱਸਣ ਲੱਗਾ ਯੋਗ ਮਤ ਦਾ। ਅਤੇ ਤੀਰਥ 'ਤੇ ਨਹਾਉਂਦੇ ਹਾਂ, ਸੁੱਖ ਫਲ ਪਾਈਏ, ਸਾਨੂੰ ਬੜਾ ਸੁੱਖ ਮਿਲਦਾ ਤੀਰਥਾਂ 'ਤੇ ਨਹਾ ਕੇ, ਅਤੇ ਸਾਨੂੰ ਮੈਲ ਨਹੀਂ ਲੱਗਦੀ, ਅਤੇ ਬਸ ਅਸੀਂ, ਇਹ ਸਾਡਾ ਬਹੁਤ ਵਧੀਆ, ਸਾਡਾ ਕੰਮ ਤੀਰਥਾਂ 'ਤੇ ਨਹਾਈਦਾ ਹੈ, ਜੰਗਲਾਂ 'ਚ ਰਹੀਦਾ ਹੈ। ਗੱਲ ਇਹ ਉਹ ਇਵੇਂ ਕਰਦੇ ਆ ਸਾਰਾ ਕੁਝ। ਗੋਰਖ ਪੁੱਤ ਲਰੀਪਾ ਬੋਲੇ, ਇਹ ਗੋਰਖ ਦਾ ਪੁੱਤ ਹੈ ਲਰੀਪਾ, ਭਾਵ ਉਹਦਾ ਚੇਲਾ ਹੀ ਹੈ, ਅਤੇ ਕਹਿੰਦੇ ਐਂ ਯੋਗਤੀ ਮਿਲਦੀ ਹੈ। ਹੁਣ ਸਤਿਗੁਰ ਨੇ ਆਪਾਂ ਨੂੰ ਜਿਹੜੀ ਮੱਤ ਦੇਣੀ ਆ ਉਹਨਾਂ ਨੂੰ ਵੀ ਦਿੱਤੀ ਆ, ਅਤੇ ਦਿੱਤੀ ਸਾਨੂੰ ਵੀ ਆ ਵੀ ਕਿਤੇ ਜੰਗਲਾਂ 'ਚ ਨਾ ਚਲੇ ਜਾਇਓ, ਕੰਧ ਮੂਲ ਨਾ ਖਾਣ ਲੱਗ ਜਾਓ, ਐਵੇਂ ਰੁੱਖਾ ਪੜੋ। ਹੁਣ ਸਾਰੀਆਂ ਗੱਲਾਂ ਇਹ ਸਾਰੀਆਂ ਮਹਾਰਾਜ ਸਮਝਾਉਂਦੇ। ਅਤੇ ਨਿਰਾਲੇ ਕਿਵੇਂ ਰਹਿਣਾ ਹੈ? ਪਹਿਲੀ ਗੱਲ ਤਾਂ ਨਿਰਾਲਾ ਸਤਿਗੁਰ ਹੈ, ਸਤਿਗੁਰ ਪੁਰਖ ਕੰਮ ਹੈ ਨਿਰਵੈਰ ਨਿਰਾਲਾ, ਹੋਰ ਕੋਈ ਨਿਰਾਲਾ ਹੀ ਨਹੀਂ ਹੈ। ਉਹਨੂੰ ਮਾਇਆ ਨਿਰਾਲਾ ਹੁੰਦਾ ਜਿਹੜਾ ਮਾਇਆ ਦਾ ਕੋਈ ਅਸਰ ਨਹੀਂ ਕਿਸੇ 'ਤੇ, ਉਹ 'ਤੇ ਪਵੇ, ਉਹ ਨਿਰਾਲਾ ਸਾਰਿਆਂ ਦੇ। ਹੁਣ ਵੀ ਐਨ ਵਾਹਿਗੁਰੂ ਸਾਰੀ ਦੁਨੀਆ ਦਾ ਤਮਾਸ਼ਾ ਬੈਠਾ ਦੇਖ ਰਿਹਾ, ਮਾਇਆ ਦਾ ਕੋਈ ਅਸਰ ਨਹੀਂ ਉਹਨੂੰ, ਨਿਰੰਜਨ ਆ, ਨਿਰਾਲਾ ਹੈ। ਅਤੇ ਨਿਰਾਲਾ ਹੀ ਉਹਦਾ ਪੁੱਤ ਸੀ, ਅਸੀਂ ਨਿਰਾਲੇ ਨਹੀਂ ਰਹੇ। ਗੱਲ ਤਾਂ ਵੀ ਸਮਝਣੀ ਆ, ਅਸੀਂ ਸਾਰੀ ਆਪਣੇ 'ਤੇ ਟਿਕਾਉਣੀ ਆ ਗੱਲ। ਕਹਿੰਦੇ ਇਹ ਜੰਗਲਾਂ 'ਚ ਜਾ ਕੇ ਕੀ ਕਰੇਂਗੇ, ਤੂੰ ਨਿਰਾਲਾ ਰਹਿ ਲੇਗਾ? ਨਿਰਾਲਾ ਤਾਂ ਕਹਿੰਦੇ ਨਾ ਗ੍ਰਸਤ ਵਿੱਚ ਰਹਿੰਦੇ ਆ, ਨੀਂਦ ਨਾ ਆਵੇ। ਹੁਣ ਇੱਕ ਪੁਆਇੰਟ ਬਹੁਤ ਖੋਲ੍ਹ ਕੇ ਦੱਸਣ ਵਾਲਾ। ਹੁਣ ਪਾਤਸ਼ਾਹ ਕਹਿੰਦੇ ਨੀਂਦ ਆਪਾਂ ਆਏ ਨੂੰ ਕਹਿੰਦੇ ਨੇ ਵੀ ਸੌਂ ਗਏ, ਨਹੀਂ, ਇਹ ਕਹਿੰਦੇ ਆ ਨੀਂਦ ਉਹਨੂੰ ਕਹਿੰਦੇ ਆ ਜਿਹੜਾ ਮਾਇਆ ਦੇ ਮੋਹ ਵਿੱਚ ਸੁੱਤਾ ਹੈ। ਹੁਣ ਰੱਬ ਦਾ ਪੁੱਤ, ਜਾਗੇ ਦਾ ਪੁੱਤ, ਅਸੀਂ ਮਾਇਆ ਦੇ ਮੋਹ ਵਿੱਚ ਸੁੱਤੇ ਪਏ, ਇਹ ਨੀਂਦ ਆ, ਇਹ ਨੀਂਦ ਆ, ਇਹ ਨੀਂਦ ਸਮਝਣੀ ਆ। ਮਨਮੁਖ ਸੂਤਾ ਮਾਇਆ ਮੋਹ ਪਿਆਰ, ਮਨਮੁਖ ਦਾ ਜਵੇਂ ਜਿਹਦੇ 'ਚ ਮਨਮੁਖ ਆ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ। ਹੁਣ ਸਾਨੂੰ ਜਾਗ ਆਈ ਹੈ ਅਤੇ ਸਾਨੂੰ ਪਤਾ ਹੈ ਵੀ
ਨੀਂਦ ਦੇ ਵਿੱਚ ਕਰਹਿਤਾ ਕਰਦਾ ਹੈ। ਜਦੋਂ ਨੀਂਦ 'ਚ ਹੋਵੇ ਤੇ ਉਦੋਂ ਸਾਰੀਆਂ ਆਪਾਂ ਨੂੰ ਸ਼ਬਦ ਹੈਗਾ ਨੈਣੋ ਨੀਂਦ ਪਰਦ੍ਰਿਸ਼ਟ ਬਕਾਰ ਸਰਵਣ ਸੋਏ ਸੁਣਨ ਦੇ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਵਾਦ ਮਨ ਸੋਇਆ ਮਾਇਆ ਬਸਮਾਦ। ਇਹ ਸਾਰੇ ਨੀਂਦ ਸੁੱਤੇ ਹੋਏ ਦੀਆਂ ਕਹਾਣੀਆਂ ਨੇ। ਬੰਦਾ ਉਹਨੇ 'ਚ ਨਿੰਦਿਆ ਵੀ ਕਰਦਾ ਹੈ, ਜੀਵ ਨਾਲ ਮਿੱਠੇ ਸਵਾਦ ਵੀ ਰੱਬ ਨੂੰ ਭੁੱਲ ਕੇ ਕਰਦਾ ਹੈ, ਅਤੇ ਪਰਾਇਆ ਤਨ ਵੀ ਦੇਖਦਾ ਹੈ, ਪਰਾਇਆ ਧਨ ਵੀ ਦੇਖਦਾ ਹੈ। ਇਹ ਨੀਂਦ ਆ, ਇਹ ਜਾਗਣਾ ਨਹੀਂ ਹੈ। ਅਤੇ ਹੁਣ ਸਤਿਗੁਰ ਜਾਗਦਾ ਹੈ ਅਤੇ ਇਹ ਪਾਤਸ਼ਾਹ ਕਹਿੰਦੇ ਆ ਵੀ ਨਹੀਂ ਇਸ ਘਰਾਂ ਇਸੇ ਨਾ ਤੂੰ ਜੰਗਲਾਂ 'ਚ ਨਾ ਜਾ, ਇੱਥੇ ਤੂੰ ਕਿਤੇ ਇੱਥੇ ਵੀ ਨੀਂਦ 'ਚ ਆ, ਇੱਥੇ ਕਿਤੇ ਜਾਗ ਤੈਨੂੰ ਆ ਨਹੀਂ ਗਈ ਅਤੇ ਤੂੰ ਪਰਾਏ ਘਰ ਵੱਲ ਨੂੰ ਚਿੱਤ ਨਾ ਲਾਵੇ। ਉਹ ਜਾਗਿਆ ਹੋਇਆ ਮਨੁੱਖ, ਉਹ ਜਾਗਿਆ ਹੋਇਆ ਮਨੁੱਖ। ਹੁਣ ਸਿੱਧ ਸਾਧਕ ਬਿਲ ਜਾਗਦੇ ਆ। ਦੇਖੋ ਸਾਰੇ ਕੀ ਆ, ਸ਼ਿਵਰਾਤਰੀ ਜਾਤੀ ਮੇਲਾ, ਇਹ ਨਾ ਅਚਲ ਬਟਾਲਾ ਕੇ ਸਾਰੀ ਰਾਤ ਸ਼ਿਵਰਾਤਰੀ ਦੀ ਰਾਤ ਨੂੰ ਇਹ ਸਾਰੀ ਰਾਤ ਜਾਗਦੇ ਰਹਿੰਦੇ ਆ ਯੋਗੀ। ਕਹਿੰਦੇ ਇਹ ਆ ਦੇਖੋ ਇਹ ਜਾਗਣਾ ਦੇਖੋ, ਕਹਿੰਦੇ ਬਾਕੀ ਤਾਂ ਸੁੱਤੇ ਰਹਿੰਦੇ ਹੋ ਤੁਸੀਂ, ਬਾਕੀ ਤਾਂ ਇਹ ਨੀਂਦ ਹੋਰ ਆ ਤੁਹਾਨੂੰ, ਜਿਹੜੀ ਤੁਸੀਂ ਸਮਝਦੇ ਹੋ ਜਾਗਣਾ ਇਹ ਹੋਰ ਆ, ਇਹ ਹੋਰ ਆ। ਇਹ 'ਚ ਤਾਂ ਤੁਸੀਂ ਇੱਕ ਰਾਤ ਜਾਗ ਲਏ, ਕਹਿੰਦੇ ਕੀ ਫਾਇਦਾ ਹੋਇਆ। ਮਹਾਂ ਦਿਓ ਅਤੂਤ ਹੈ ਤੇ ਸ਼ਿਵ ਜੀ ਜਿਹਨੂੰ ਧਿਆਉਂਦੇ ਹੋ ਤੁਸੀਂ, ਅਤੇ ਉਹ ਕਮਲਾਸਣ ਆਸਣ ਰਸ ਗੇਲਾ, ਉਹ ਮਾਇਆ ਨਾਲ ਸੁੱਤਾ ਪਿਆ, ਉਹ ਵੀ ਉਹਦੇ ਰਸ ਮਾਣ ਰਿਹਾ ਬਕਾਰਾਂ ਦਾ। ਦੇਖੋ ਉਹ ਵੀ ਨਹੀਂ ਜਾਗਦਾ, ਅਤੇ ਉਹ ਵੀ ਨਹੀਂ ਜਾਗਦਾ। ਅਤੇ ਫਿਰ ਪਾਤਸ਼ਾਹ ਕਹਿੰਦੇ ਗੋਰਖ ਜੋਗੀ ਜੋਗ ਜਾਗਦਾ। ਤੁਸੀਂ ਕਹਿੰਦੇ ਗੋਰਖ ਵੀ ਜਾਗਦਾ, ਗੋਰਖ ਦਾ ਗੋਰਖ ਮਾਤਾ ਨੇ ਇਹ ਮਸ਼ਿੰਦਰ ਦਾ ਤੋਰਿਆ ਹੋਇਆ। ਸੁਣ ਮਸ਼ਿੰਦਰ ਧਰੀ ਸੋ ਧਰ ਧਰੇਲਾ, ਅਤੇ ਜਿਹਦਾ ਗੁਰੂ ਹੀ ਜਿਹੜਾ ਹੈ ਉਹ ਬਕਾਰੀ ਹੈ, ਅਤੇ ਉਹ ਕਿੱਥੋਂ ਜਾਗਦਾ, ਉਹ ਤਾਂ ਆਪ ਨੀਂਦ ਸੁੱਤਾ ਪਿਆ। ਉਹ ਮਸ਼ਿੰਦਰ ਨਾਥ ਜਿਹੜਾ ਸੀ ਨਾ, ਸੰਗਲਾਦੀਪ ਦਾ ਰਾਜਾ ਮਰ ਗਿਆ, ਅਤੇ ਰਿੱਧੀ ਸਿੱਧੀ ਨਾਲ ਸਭ ਪਤਾ ਸੀ ਇਹਨੂੰ ਵੀ ਕਿੱਥੇ ਕੋਈ ਮਰਦਾ ਜਾਂ ਹੋਰ ਕੋਈ ਰਾਜੇ ਦਾ ਰਾਜ ਸੀ, ਅਤੇ ਉਹ ਮਰ ਗਿਆ ਅਤੇ ਉਹਦੇ ਵਿੱਚ ਜਾ ਕੇ ਪ੍ਰਵੇਸ਼ ਕਰ ਗਏ, ਉੱਥੇ ਰਸ ਮਾਣਦਾ ਰਿਹਾ। ਮੈਂ ਗੋਰਖ ਕਿਹਾ ਵੀ ਗੋਰਖ ਜਤੀ ਸਤਾਏ ਦਾ, ਅਤੇ ਗੁਰ ਘਰਵਾਰੀ, ਉਹਦਾ ਗੁਰੂ ਤਾਂ ਘਰਵਾਰੀ ਵਾਲਾ ਗ੍ਰਸਤੀ ਬਣਿਆ ਪਿਆ। ਤੁਹਾਡਾ ਤਾਂ ਜਿਹੜਾ ਮੱਤ ਦਾ ਗੁਰੂ ਹੈ ਤੁਹਾਡਾ ਵੱਡਾ, ਉਹੀ ਗ੍ਰਸਤੀ ਬਣਿਆ ਫਿਰਦਾ, ਤੂੰ ਕਾਹਦੇ ਨਰਾਲੇ ਹੋ ਤੁਸੀਂ। ਦੇਖੋ ਇਹ ਸਾਨੂੰ ਪਾਸ ਹੁਣ ਸਤਿਗੁਰ ਜਗਾਏ ਦਾ। ਹੁਣ ਨਾਲ ਭਾਈ ਸਾਹਿਬ ਨੇ ਸਾਨੂੰ ਕਿਹਾ ਵੀ ਸਤਿਗੁਰ ਜਾਗਦਾ ਵੀ ਹੈ, ਆ ਸਾਰਾ ਤਮਾਸ਼ਾ ਦੇਖਦਾ, ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ, ਸਾਰਾ ਕੁਝ ਸੁਣਦਾ ਬੋਲਦਾ। ਵਾਹਿਗੁਰੂ ਉਹ ਸਾਡਾ ਬਾਪ ਹੈ। ਅਸੀਂ ਵੀ ਤਾਂ ਹੀ ਸੁਣਦੇ ਬੋਲਦੇ ਵਾਹਿਗੁਰੂ ਆ, ਨਿਰੰਕਾਰ ਤਾਂ ਬੋਲਦਾ ਹੀ ਨਹੀਂ, ਅਤੇ ਅਸੀਂ ਸੁਣਦੇ ਬੋਲਦੇ ਵਾਹਿਗੁਰੂ। ਅਸੀਂ ਸਤਿਗੁਰ ਦੇ ਪੁੱਤ ਆ, ਸਾਡੇ ਵਿੱਚ ਉਹਦੀ ਸੱਤਿਆ, ਅਸੀਂ ਉਹਦੇ ਪੁੱਤਰ ਹਾਂ, ਅਤੇ ਤਾਂ ਕਰਕੇ ਅਸੀਂ ਸੁਣਦੇ ਬੋਲਦੇ ਹਾਂ। ਅਤੇ ਤਾਂ ਹੀ ਪਾਤਸ਼ਾਹ ਨੇ ਸਾਨੂੰ ਸੁਣਦਾ ਬੋਲਦਾ ਵਾਹਿਗੁਰੂ ਸਾਡਾ ਬਾਪ ਜਾਗਦਾ ਹੈ ਅਤੇ ਨਾਲੇ ਜਗਾਉਂਦਾ ਹੈ। ਇੱਕ ਤਾਂ ਸਾਨੂੰ ਸਾਰੀਆਂ ਕਰਹਿਤਾਂ ਤੋਂ ਜਗਾਤਾ ਉਹਨੇ, ਬੱਜਰ ਕਰਹਿਤਾਂ ਤੋਂ, ਵੀ ਭਾਈ ਪਰਾਇਆ ਧਨ ਨਹੀਂ ਦੇਖਣਾ, ਪਰਾਇਆ ਰੂਪ ਨਹੀਂ ਦੇਖਣਾ। ਮੈਂ ਬਾਹਰ ਨੇ ਭਾਈ ਸਾਹਿਬ ਨੇ ਇੱਥੋਂ ਤੱਕ ਹਉ ਤਿਸ ਕੋਲ ਕਮਾਇਆ, ਪਰ ਦਰਬੇ ਨੂੰ ਹੱਥ ਨਾ ਲਾਵੇ, ਹਉ ਤਿਸ ਕੋਲ ਕਮਾਇਆ, ਪਰ ਨਾਰੀ ਦੇ ਨੇੜ ਨਾ ਜਾਵੇ, ਹਉ ਤਿਸ ਬੋਲ ਕਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਦੇਖੋ ਇਹ ਸਾਰੀਆਂ ਇਹ ਜਾਗਣ ਦੀਆਂ ਨਿਸ਼ਾਨੀਆਂ ਨੇ, ਨਹੀਂ ਸੁੱਤੇ ਨਹੀਂ ਹੈ, ਨਹੀਂ। ਅਤੇ ਹਉ ਤਿਸ ਕੋਲ ਕਮਾਇਆ, ਗੁਰਮਤਿ ਹਿਰਦੇ ਗਰੀਬੀ ਆਵੇ, ਗੁਰਮਤਿ ਅੰਦਰ ਹੈ ਅਤੇ ਅੰਦਰ ਹਿਰਦੇ ਵਿੱਚ ਨਿਮਰਤਾ ਹੈ। ਅਤੇ ਫਿਰ ਇਹਦੇ ਵਿੱਚ ਹੀ ਸਾਰਾ ਸਿਧਾਂਤ ਦੱਸਦਾ। ਦੇਖੋ ਕੀ ਕੁਝ, ਅਤੇ ਹਉ ਤਿਸ ਕੋਲ ਕਮਾਇਆ, ਸਤਿਗੁਰ ਕਾ ਉਪਦੇਸ਼ ਕਮਾਵੇ, ਅੱਗੇ ਪਿੱਛੇ ਹੋ ਗਈਆਂ ਲਾਈਨਾਂ, ਅਤੇ ਪਰੰਤੂ ਗੁਰਮਤਿ ਹਿਰਦੇ ਗਰੀਬੀ ਆਵੇ ਪਹਿਲੀ ਲਾਈਨ ਆ। ਅਤੇ ਥੋੜ੍ਹਾ ਸਾ ਹਉ ਤਿਸ ਕੋਲ ਕਮਾਇਆ, ਥੋੜ੍ਹਾ ਖਾਵੇ ਅਤੇ ਥੋੜ੍ਹਾ ਸੌਵੇਂ, ਥੋੜ੍ਹਾ ਸਾਵੇ ਅਤੇ ਥੋੜ੍ਹਾ ਸੌਵੇਂ ਅਤੇ ਥੋੜ੍ਹਾ ਖਾਵੇ। ਆ ਦੇਖੋ ਸਾਰੀ ਗੁਰਮੁਖ ਸੋਈ ਸਹਿਜ ਸਮਾਵੇ, ਉਹ ਰੱਬ ਨਾਲ ਮਿਲ ਜੂ। ਆਹ ਕਰਹਿਤਾਂ ਤੋਂ ਬਚ ਕੇ ਹੀ ਹੁਣ ਇਹਦੇ ਵਿੱਚ ਸਾਰਾ ਸਿਧਾਂਤ ਹੀ ਦੱਸਦਾ ਵੀ ਉਹ ਕਹਿੰਦੇ ਰੱਬ ਨਾਲ ਮਿਲ ਜੂ। ਅਤੇ ਤੁਸੀਂ ਤਾਂ ਕਹਿੰਦੇ ਪਰ ਘਰ ਤੁਹਾਡਾ ਤਾਂ ਗੁਰੂ ਜਗਾਏ ਦਾ। ਸਾਧ ਸੰਗਤ ਅੰਮ੍ਰਿਤ ਵੇਲਾ, ਸਾਡਾ ਗੁਰੂ ਤਾਂ ਸਾਨੂੰ ਵੀ ਜਗਾਉਂਦਾ ਹੈ, ਉੱਧਰ ਵੀ ਜਗਾਉਂਦਾ ਹੈ, ਇੱਧਰ ਵੀ ਜਗਾ ਕੇ ਸੁਚੇਤ ਰੱਖਦਾ ਸਾਰਾ ਦਿਨ, ਅਤੇ ਸਾਨੂੰ ਸਾਧ ਸੰਗ 'ਚ ਲਿਆ ਕੇ ਬਹਾਉਂਦਾ ਹੈ। ਸਾਧ ਸੰਗ ਦੇ ਵਿੱਚ ਲਿਆ ਕੇ ਸਾਨੂੰ ਸਾਰੇ ਬਕਾਰਾਂ ਤੋਂ ਸੁਚੇਤ ਕਰਕੇ ਆਪਦੇ ਚਰਨਾਂ ਨਾਲ ਜਾਗਦੇ ਵਾਹਿਗੁਰੂ ਨਾਲ ਜੁੜਦੇ ਹਾਂ ਅਸੀਂ, ਅਤੇ ਅੰਮ੍ਰਿਤ ਸਾਨੂੰ ਪ੍ਰਾਪਤ ਹੁੰਦਾ ਉੱਥੋਂ। ਇਹ ਵੀ ਹੈ ਨਿਜ ਕਰਤਾੜੀ ਲਾਏ ਦਾ। ਸਾਡੀ ਸਮਾਧੀ ਲੱਗਣੀ ਹੈ, ਇੱਕ ਦਿਨ ਸਮਾਧੀ ਲੱਗੂ, ਉਹਨਾਂ ਚਿਰ ਨਹੀਂ ਹੈ, ਪਾਤਸ਼ਾਹ ਕਿਰਪਾ ਕਰਨਗੇ
ਤੇ ਸਮਾਧੀ ਲੱਗੂਗੀ। ਉਹ ਸਮਾਧੀ ਲੱਗੂ ਤੇ ਆਨੰਦ ਸ਼ਬਦ ਉਹਦੇ 'ਚ ਸਾਨੂੰ ਆਟੋਮੈਟਿਕ ਗੁਰੂ ਸਾਹਿਬ ਦਾ ਨਾਮ ਸੁਣੂਗਾ। ਅੰਮ੍ਰਿਤ ਰਸ ਖੇਲਾ, ਉੱਤੇ ਮਹਾਂਦਿਓ ਰਸ ਕੇਲਾ ਹੈ। ਕੇਲਾ ਉਹ ਬਕਾਰਾਂ ਦਾ ਰਸ ਹੈ, ਇੱਥੇ ਪ੍ਰੇਮ ਰਸ ਹੈ ਰੱਬ ਦਾ। ਤੇ ਇਹਦੇ 'ਚ ਰਸ ਉਹ ਜਿਹੜੇ ਗੁਰਸਿੱਖ ਨੇ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਾਧੀ ਦੇ ਵਿੱਚ ਉਹ ਅੰਮ੍ਰਿਤ ਰਸ ਮਾਣਦੇ ਤੇ ਆਨੰਦ ਮਾਣਦੇ। ਆ ਜੁਗਾਦੀ ਤੇ ਉਹ ਆ ਜੁਗਾਦੀ ਆਦੇਸ਼ ਹੈ। ਫਿਰ ਅਸੀਂ ਉਸ ਨੂੰ ਜਿਹੜਾ ਆਦ ਜੁਗਾਦੀ ਗੁਰੂ ਰੱਬ ਹੈ, ਆ ਜੁਗਾਦੀ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਤੇ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਹਾਂ। ਜਿਹੜਾ ਆ ਜੁਗਾਦੀ ਹੈ, ਅਲੱਖ ਹੈ, ਨਿਰੰਜਨ ਹੈ, ਨਿਤ ਨਿਉ ਨਵੇਲਾ, ਤੇ ਨਵਾਂ ਹੀ ਸਾਨੂੰ ਪਿਆਰ ਦਿੰਦੇ ਆ ਹਰੇਕ ਦਾ। ਮਾਇਆ ਤੋਂ ਰਹਿਤ ਨਹੀਂ, ਕੋਈ ਮਾਇਆ। ਤੇ ਇਹ ਆ ਚੇਲੇ ਗੁਰੂ, ਗੁਰੂ ਤੇ ਚੇਲਾ। ਇਹ ਸਿਧਾਂਤ ਭਾਈ ਸਾਹਿਬ ਨੇ ਗੁਰਮਤ ਅਨੁਸਾਰ ਸਾਨੂੰ ਸਮਝਾਤਾ। ਭਾਈ ਇਹ ਜਿਹੜਾ ਤੁਸੀਂ ਕਹਿੰਦੇ ਹੋ ਵੀ ਜਾਗਦਾ ਹੈ, ਇਹ ਤੁਸੀਂ ਤਾਂ ਜੇ ਨੀਂਦ 'ਚ ਸੁੱਤੇ ਪਏ ਹੋ। ਸੇ ਜਨ ਜਾਗੇ ਜਿਨ ਨਾਮ ਪਿਆਰ, ਉਹ ਜਾਗਦਾ ਹੈ ਜਿਹੜਾ ਨਾਮ ਪਿਆਰ, ਜਿਹੜਾ ਕਰਹਿਤਾ ਤੋਂ ਬਚਿਆ। ਜਾਗ ਕੇ ਕਰਹਿਤਾ ਬਾਅਦ ਹੁੰਦਾ ਹੈ, ਸੁੱਤੇ ਪਏ ਨੂੰ ਤਾਂ ਕਰਹਿ ਦਾ ਪਤਾ ਹੀ ਨਹੀਂ ਲੱਗਦਾ। ਜਦੋਂ ਮਨ ਸੁੱਤਾ ਹੋਵੇ ਨਾ ਤੇ ਸਾਰੀਆਂ ਕਰਹਿਤਾ ਉਹਨੂੰ ਉਹ ਕਰ ਜਾਂਦਾ। ਬਿਨ ਆਵੇ ਮਨ ਟੇਕ ਨਾ ਟਿਕੀ, ਨਾਨਕ ਭੂਖ ਨਾ ਜਾਈ। ਹੋ ਇਹ ਹੁਣ ਗੁਰਮਤ ਬਾਬਾ ਨਾਨਕ ਬਾਪ ਸਾਨੂੰ ਵੀ ਸਿੱਖਿਆ ਦੇ ਰਿਹਾ ਵੀ ਕਿਤੇ ਜੋਗੀ ਨਾ ਬਣ ਜਿਓ। ਆ ਜੋਗੀਆਂ ਦਾ ਤਰੀਕਾ ਤਾਂ ਇਹ ਸਾਰੇ ਇਹ ਤਾਂ ਸੁੱਤੇ ਪਿਆ, ਸੰਸਾਰ ਸਾਰਾ ਹੀ ਸੁੱਤਾ ਪਿਆ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਇਹ ਤਾਂ ਸਾਰੀ ਤਿੰਨਾਂ ਗੁਣਾਂ 'ਚ ਹੀ ਸੁੱਤਾ ਪਿਆ। ਸੁੱਤਿਆਂ ਰਹਿਣ ਬਿਹਾਣੀ, ਸਾਰੀ ਸੁੱਤੇ ਹੀ ਜ਼ਿੰਦਗੀ ਲੰਘ ਜਾਣੀ ਹੈ, ਜਾਗਣਾ ਹੈ ਹੀ ਨਹੀਂ। ਹੁਣ ਜਾਗਦੀ ਆਤਮਾ ਜਦੋਂ ਅਸੀਂ ਜਾਗਦਾ ਵਾਹਿਗੁਰੂ ਗੁਰੂ ਪਾਤਸ਼ਾਹ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਆਤਮਾ ਦੇ ਵਿੱਚ ਅੰਮ੍ਰਿਤ ਪਾਉਂਦਾ ਹੈ। ਅੰਮ੍ਰਿਤ ਹੀ ਜਾਗਣ ਦੀ ਇੱਕ ਦਵਾਈ ਹੈ ਜਿਹਦੇ ਨਾਲ ਅਸੀਂ ਜਾਗਣਾ ਹੈ, ਕਿਉਂ ਸਾਡਾ ਆਪਣੀ ਖੁਰਾਕ ਹੈ। ਉਹ ਨਹੀਂ ਅਸੀਂ ਭੁੱਲੇ ਹੋਏ ਹਾਂ, ਉਹਦੇ ਕਰਕੇ ਸਾਨੂੰ ਨੀਂਦ ਆਈ ਹੋਈ ਆ, ਸਾਨੂੰ ਉਹ ਰਾਸ ਆ ਹੀ ਨਹੀਂ ਰਿਹਾ, ਉਹ ਸਾਨੂੰ ਪਤਾ ਹੀ ਨਹੀਂ ਅੰਮ੍ਰਿਤ ਦਾ। ਅਤੇ ਉਹ ਪਾਤਸ਼ਾਹ ਸਾਨੂੰ ਉਦਣ ਆਪਦੇ ਪੁੱਤ ਨੂੰ ਸਿਰ 'ਤੇ ਹੱਥ ਰੱਖ ਕੇ ਜਗਾਉਂਦੇ ਆ, ਉਦੋਂ ਤੋਂ ਜਾਗ ਪੈਂਦਾ। ਪਰ ਜਿਹੜਾ ਫਿਰ ਹਰ ਵਕਤ ਉਹ ਜਾਗਦੇ ਵਾਹਿਗੁਰੂ ਨਾਲ ਗੁਰਮੰਤਰ ਨਾਲ ਸੱਚੇ ਸ਼ਬਦ ਨਾਲ ਜੁੜਿਆ ਰਹਿੰਦਾ, ਉਹ ਜਾਗਦਾ ਰਹਿੰਦਾ। ਅਸੀਂ ਅਜੇ ਟੁੱਟ ਜਾਂਦੇ ਹਾਂ ਅਤੇ ਉਹ ਜਾਗਦਾ ਰਹੂਗਾ, ਉਹ ਨਹੀਂ ਕਰਹਿਤ ਕਰਦਾ, ਫਿਰ ਉਹ ਜਾਗਦਾ ਹੀ ਰਹਿੰਦਾ ਅਤੇ ਉਹ ਹਰ ਵਕਤ ਜਾਗਦੇ ਵਾਹਿਗੁਰੂ ਨਾਲ ਜੁੜਿਆ ਰਹਿੰਦਾ ਅਤੇ ਵਾਹਿਗੁਰੂ ਤੋਂ ਸਾਰਾ ਆਨੰਦ ਮਾਣਦਾ ਰਹਿੰਦਾ। ਉਹ ਆਨੰਦ ਤਾਂ ਦੁਨੀਆ 'ਚ ਹੈ ਹੀ ਨਹੀਂ, ਜੋ ਕਿਉਂ ਰੱਬ ਨੂੰ ਵਿਛੜ ਕੇ ਤਾਂ ਸਾਰੀ ਮਾਇਆ ਦੇ ਹੈਵੇ ਰਸ ਨੇ, ਇਹ ਤਾਂ ਬਕਾਰਾਂ ਦੇ ਰਸ ਨੇ ਝੂਠੇ, ਇਹਦੇ ਨਾਲ ਆਨੰਦ ਨਹੀਂ ਤਾਂ ਭੁੱਖਾ ਮਰਦਾ ਮੰਗ। ਕਿਉਂ ਆ ਦੇਖੋ, ਬਿਨ ਆਵੇ ਮਨ ਟੇਕ ਨਾ ਟਿਕੀ ਹੈ ਜੋਗੀਓ। ਗੁਰੂ ਸਾਹਿਬ ਦਾ ਨਾਮ ਅੰਮ੍ਰਿਤ ਤੋਂ ਬਗੈਰ ਤੁਹਾਡਾ ਮਨ ਨਹੀਂ ਟਿਕ ਸਕਦਾ। ਤੁਸੀਂ ਕਹਿੰਦੇ ਹੋ ਵੀ ਅਸੀਂ ਉੱਥੇ ਜੀ ਜੰਗਲਾਂ 'ਚ ਰਹਿੰਦੇ ਹਾਂ ਅਤੇ ਅਸੀਂ ਬਹੁਤ ਸਾਨੂੰ ਤਾਂ ਨਿਰਾਲੇ ਰਹਿੰਦੇ ਹਾਂ। ਇਹੀ ਸਵਾਲ ਸੀ ਨਾ ਵੀ ਅਸੀਂ ਤਾਂ ਕਹਿੰਦੇ ਮੈਲ ਨਹੀਂ ਲੱਗਦੀ ਸਾਨੂੰ ਤੀਰਥਾਂ 'ਤੇ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਮਨ ਨੂੰ ਤਾਂ ਮੈਲ ਲੱਗੀ ਆ ਬਕਾਰਾਂ ਦੀ, ਮਨ ਨੂੰ ਤਾਂ ਹਉਮੈ ਦੀ ਮੈਲ ਤਾਂ ਗਈ ਨਹੀਂ ਤੁਹਾਡੇ ਅੰਦਰੋਂ। ਤੁਸੀਂ ਤਾਂ ਕਹਿੰਦੇ ਜੋਗੀ ਸਾਡਾ ਹੀ ਪੰਥ ਸਭ ਤੋਂ ਉੱਚਾ ਹੈ, ਰਿੱਧੀਆਂ ਸਿੱਧੀਆਂ ਦੀਆਂ ਤਾਕਤਾਂ ਪ੍ਰਾਪਤ ਕਰਕੇ ਤਾਂ ਹਉਮੈ ਕਰਦੇ ਹੋ। ਅਤੇ ਤੁਸੀਂ ਕਿੱਥੋਂ, ਮੈਲ ਤਾਂ ਇਹਨਾਂ ਦੀ ਲੱਗੀ ਪਈ ਆ ਤੁਹਾਨੂੰ, ਇਹ ਤਾਂ ਸਾਰੀ ਮੈਲ ਆ ਜਿਹਨੂੰ ਲੱਗਦੇ ਆ। ਅਤੇ ਉਹ ਕਹਿੰਦੇ ਹੋ ਤੁਸੀਂ ਅਸੀਂ ਸਾਨੂੰ ਮੈਲ ਨਹੀਂ ਲੱਗਦੀ। ਕਹਿੰਦੇ ਮੈਲ ਤਾਂ ਉਹ ਆ ਵੀ ਜਿਹੜਾ ਮਨ ਟਿਕ ਗਿਆ ਨਾ, ਨਾਮ ਤੋਂ ਬਿਨਾਂ ਟਿਕਣਾ ਨਹੀਂ। ਅਤੇ ਉਦੋਂ ਬਗੈਰ ਮੈਲ, ਨਾਮ ਨਹੀਂ ਮੈਲ ਧੋਣੀ ਆ, ਨਾਮ ਨਹੀਂ ਮੈਲ ਧੋਣੀ ਆ ਤੁਹਾਡੀ ਹੋਰ ਸੱਚੇ ਨਾਮ ਨਾਲ। ਹੁਣ ਸੱਚੇ ਸ਼ਬਦ ਜਿਹੜਾ ਰਹਾਉ ਦੀ ਤੁਕ ਹੈ ਨਾ, ਉਹਨੂੰ ਟੇਕ ਹਰ ਵਕਤ ਉਸ ਨੂੰ ਰੱਖਣਾ ਹੈ। ਉਹ ਆ ਸਾਡੇ ਬਾਬੇ ਨਾਨਕ ਦਾ ਸਾਰੇ ਇੱਕ ਗੱਲ 'ਚ ਹੀ ਨਿਬੇੜ ਦਿੱਤੀ ਆ ਪਾਤਸ਼ਾਹ ਨੇ, ਪਰੰਤੂ ਉਹਨੂੰ ਮੁੱਖ ਰੱਖੂਗਾ ਜਿਹੜਾ ਗੁਰਸਿੱਖ, ਅਤੇ ਉਹਨੂੰ ਸਾਰੀ ਸਮਝ ਲੱਗੇ। ਬਾਕੀ ਤਾਂ ਸਭ ਉਹਦੇ ਨਾਲ ਹੀ ਸਭ ਕੁਛ ਹੋਣਾ, ਆਪਣਾ ਸਾਰਾ ਮੁਕਤੀ ਮਹਾਰਾਜ ਕਹਿੰਦੇ ਉਹਦੇ ਨਾਲ ਹੋਣੀ ਹੈ। ਤੇਰਾ ਰੱਬ ਨਾਲ ਤੇਰਾ ਮਿਲਾਪ ਹੀ ਉਹਦੇ ਨਾਲ ਹੋਣਾ, ਤੇਰਾ ਬਕਾਰਾਂ ਤੋਂ ਛੁਟਕਾਰਾ ਹੀ ਇਹ ਤੋਂ ਨਾ ਹੋਣਾ। ਮੁਕਤੀ ਦੇ ਅਰਥ ਹੈ ਤੇ ਤੋਂ ਜਮਦੂਤਾਂ ਤੋਂ ਛੁਟਕਾਰਾ ਹੋਣਾ, ਤੇਰਾ 84 ਲੱਖ ਤੋਂ ਛੁਟਕਾਰਾ ਹੋਣਾ, ਸਾਰਿਆਂ ਤੋਂ ਛੁਟਕਾਰਾ ਹੋ ਗਿਆ। ਤੂੰ ਸੱਚਖੰਡ ਦਾ ਜਾ ਬੈਠਣਾ। ਨਾਨਕ ਭੂਖ ਨਾ ਜਾਈ, ਨਾ ਕਿਸੇ ਦੀ ਭੁੱਖ ਗਈ ਹੈ ਨਾਮ ਤੋਂ ਬਿਨਾਂ। ਸਾਰੀ ਦੁਨੀਆ ਤ੍ਰਿਸ਼ਨਾ ਦੀ ਭੁੱਖ ਹੈ, ਤਿੰਨਾਂ ਗੁਣਾਂ 'ਚ ਸੰਸਾਰ ਸੁੱਤਾ ਪਿਆ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਅਤੇ ਇਹਦੀ ਤ੍ਰਿਸ਼ਨਾ ਬੂਝੇ ਹਰ ਕੇ ਨਾਮ, ਇਹਦੇ ਨਾਲ ਭੁੱਖ ਜਾਣੀ ਹੈ। ਨਹੀਂ ਭੁੱਖ ਨਾ ਮਿਟ ਗਈ ਤੁਹਾਡੀ ਕਿਸੇ ਦੀ,
ਦੇਖੋ ਕਿੰਨੀ ਮੱਤ। ਆਪ ਕਿਸੇ ਦੀ ਭੁੱਖ ਨਹੀਂ ਮਿਟਣੀ। ਮਾਇਆ ਦੀ ਭੁੱਖ ਜਿਹੜੀ ਹੈ, ਮਾਇਆ ਦੀ ਭੁੱਖ ਆ, ਅਨੇਕਾਂ ਭੁੱਖਾਂ ਨੇ। ਜੀਵ ਜਿੱਦਣ ਦਾ ਆਇਆ ਇਹਨੂੰ ਅੰਮ੍ਰਿਤ ਰਸ ਨਾਲ ਹੀ ਰੱਜ ਆਉਣਾ ਹੈ, ਹੋਰ ਕਿਸੇ ਨਾਲ ਇਹਦੀ ਭੁੱਖ ਨਹੀਂ ਮਿਟਣੀ। ਕਿਸੇ ਚੀਜ਼ ਨਾਲ ਭੁੱਖ ਨਹੀਂ ਮਿਟਣੀ, ਚਾਹੇ ਪਦਾਰਥਾਂ ਨਾਲ, ਮਾਇਆ ਨਾਲ, ਸਾਰੀਆਂ ਚੀਜ਼ਾਂ ਨਾਲ ਸਾਰੀ ਭੁੱਖ ਸਗੋਂ ਵਧੂਗੀ। ਇਹ ਲੱਕੜਾਂ ਪਾਉਣਾ। ਵੇਖਿਆ ਮੈਂ ਕਿੰਨੀ ਹੀ ਤ੍ਰਿਪਤ ਨਾ ਪਾਈ, ਕਿਸੇ ਦੀ ਤ੍ਰਿਪਤੀ ਨਹੀਂ ਹੋਣੀ। ਜਿਉਂ ਪਾਵਕ ਈਦਨ ਨਹੀਂ ਤਰਾਪਾ, ਬਿਨ ਹਰ ਕਹਾਂ ਗਾਈ, ਨਾਮ ਤੋਂ ਬਿਨਾ ਤੂੰ ਕਦੇ ਨਹੀਂ ਰੱਜਣਾ। ਦੇਖੋ ਪਾਤਸ਼ਾਹ ਸਾਡੀ ਹੁਣ ਇਹਦੇ ਵਿੱਚ ਵਿਆਖਿਆ ਬਹੁਤ ਪਾਈ। ਹੁਣ ਇਹ ਕਿਤੇ ਹੁਣ ਤ੍ਰਿਸ਼ਨਾ ਦੀ ਭੁੱਖ, ਹੋਰ ਭੁੱਖਾਂ ਬਹੁਤ ਨੇ ਸਾਡੀਆਂ, ਬਕਾਰਾਂ ਦੀ ਭੁੱਖ, ਮਾਇਆ ਦੀ ਭੁੱਖ, ਪਦਾਰਥਾਂ ਦੀ ਭੁੱਖ। ਸਾਰਾ ਦਿਨ ਰੱਜਦਾ ਹੀ ਨਹੀਂ ਬੰਦਾ। ਅਤੇ ਭੁੱਖ ਜਿਹੜੀ ਆ ਉਹ ਕਦੇ ਇਹਦੀ ਤ੍ਰਿਪਤੀ। ਹੁਣ ਹੈ ਤਾਂ ਇਹ ਮਾਲਕ ਰੱਜੇ ਹੋਏ ਦਾ, ਇਹਨੂੰ ਆਪਦੀ ਸਮਝ ਨਹੀਂ ਹੈ। ਹੁਣ ਰੱਜੇ ਹੋਏ ਦਾ ਇਹ ਸੰਤੋਖੀ ਬਾਪ ਦਾ ਪੁੱਤ ਹੈ, ਅਤੇ ਇਹ ਲੋਭ ਦੇ ਵਿੱਚ ਹੀ ਡੁੱਬਿਆ ਪਿਆ। ਭੁੱਖ ਸਾਰਾ ਦਿਨ, ਤ੍ਰਿਸ਼ਨਾ, ਭੁੱਖ, ਸਾਰਾ ਕੁਛ, ਬੜਾ ਕੁਛ ਹੈ ਇਹਦੇ 'ਚ। ਕਹਿੰਦੇ ਨਾ ਤੁਹਾਡੀ ਭੁੱਖ ਜਾਣੀ ਹੈ, ਮਾਇਆ ਦੀ ਤ੍ਰਿਸ਼ਨਾ ਹਟ ਹੀ ਨਹੀਂ ਸਕਦੀ। ਮਹਾਰਾਜ ਕਹਿੰਦੇ ਹਾਟ ਪੱਟਣ ਘਰ ਗੁਰੂ ਦਿਖਾਇਆ ਮੈਂ। ਹੁਣ ਇਹ ਮੱਤ ਆਪਦਾ ਦੱਸ ਰਿਹਾ, ਉਹਦਾ ਉੱਤਰ ਦਿੰਦੇ ਆ। ਫਿਰ ਪਾਤਸ਼ਾਹ ਕਹਿੰਦੇ ਵੀ ਹੁਣ ਜਿਹੜਾ ਇਹ ਘਰ ਬਾਹਰ ਜਿਹੜਾ ਤੁਸੀਂ ਛੱਡ ਕੇ ਅੰਦਰ ਬਾਹਰ ਚਲੇ ਗਏ, ਅਤੇ ਇਹ ਵਸਤੂ ਤਾਂ ਅੰਦਰ ਸੀ ਅਤੇ ਤੁਸੀਂ ਬਾਹਰ ਜਗਣਾ ਹੀ ਲੱਭਦੇ ਫਿਰਦੇ ਹੋ। ਅੰਤਰ ਵਸਤ ਮੂੜਾ ਬਾਹਰ ਪਾਲੇ, ਮੂਰਖਾ, ਅਤੇ ਲੱਭਦਾ ਫਿਰਦਾ ਬਾਹਰ। ਰੱਬ ਨੂੰ ਮਿਲਣ ਤੋਂ ਬਾਹਰ ਲੱਭਦਾ ਫਿਰ ਜੰਗਲਾਂ ਜਾ ਕੇ ਕਰਨ ਆ ਗਿਆ ਬਈ। ਕਹਿੰਦੇ ਅਤੇ ਅੰਧਾ ਮਨਮੁਖ ਅੰਧਾ ਫਿਰੇ ਬਤਾਲੇ। ਅੰਨਾ ਆਹ ਅੰਨਾ ਪਾਣਾ ਨੇ ਜਿਹੜਾ ਇਹ ਯਾਦ ਰੱਖਣੀਆਂ ਗੱਲ। ਜਦੋਂ ਸਤਿਗੁਰੂ ਦੇ ਪ੍ਰਤੱਖ ਦਰਸ਼ਨ ਹੋਏ, ਉਹਨਾਂ ਚਿਰ ਅੰਨਾਪਣ ਨਹੀਂ ਦੂਰ ਹੁੰਦਾ। ਅੰਨਾਪਣ, ਅੰਨਾ ਹੁਣ ਅੰਨੇ ਹੀ ਕੰਮ ਕਰਦਾ ਹੈ, ਅੰਨਾ ਹੀ ਤੁਰਿਆ ਫਿਰਦਾ ਹੈ। ਇਹਦੀ ਆਪਾਂ ਹੌਲੀ ਹੌਲੀ ਵਿਚਾਰ ਪਾਤਸ਼ਾਹ, ਸੱਚੇ ਪਾਤਸ਼ਾਹ ਨੇ ਬਹੁਤ ਦੱਸੀ ਹੈ, ਅਤੇ ਕਿਵੇਂ ਅੰਨਾਪਣ ਦੂਰ ਹੋਊ ਸਾਡਾ। ਅਤੇ ਅੰਨੇ ਹੀ ਸਾਰੇ ਹਉਮੈ ਦੇ ਵਿੱਚ ਅੰਨੇ ਦੁਨੀਆ ਦੇ ਆਪਣੇ ਆਪਣੇ ਧਰਮ ਬਣਾਈ ਬੈਠੇ ਆ। ਅੰਨਾ ਪਾਣੀ ਪਾਤਸ਼ਾਹ ਦੂਰ ਕਰਦੇ ਆ ਜੀ। ਕਿਉਂ? ਰੱਬ ਦਾ ਪੁੱਤ ਅੰਨਾ ਹੋ ਗਿਆ ਜਿੱਦਣ ਦਾ ਆਇਆ ਇਸ ਸਰੀਰ 'ਚ ਆ ਕੇ। ਇਹਨੂੰ ਦਿਸਦਾ ਹੀ ਕੱਖ ਨਹੀਂ, ਇਹਨੂੰ ਮਾਇਆ ਹੀ ਇੱਧਰੋਂ ਦੀਂਦੀ ਹੈ, ਅਤੇ ਇਹ ਹੋਰ ਹੀ ਕੋ ਦੀਦਾ ਜਾਣੀ ਕੁਛ। ਆਹ ਹੁਣ ਆਪਣਾ ਸਾਰਾ ਹੀ ਸਮੇਟਿਆ ਜਾਣਾ। ਜਿੱਦਣ ਆਪਣਾ ਸਰੀਰ ਛੱਡਿਆ ਉਦਣ ਅੰਨਾਪਣ, ਫੇਰ ਅੰਨੇ ਦਾ ਅੰਨਾ ਤੁਰ ਗਿਆ। ਅਤੇ ਸਜਾਖਾ ਤਾਂ ਹੋਇਆ ਹੀ ਨਾ। ਸਜਾਖਾ ਤਾਂ ਇਹ ਵੀ ਜਦੋਂ ਤੂੰ ਗੁਰੂ ਸਾਹਿਬ ਸਜਾਖੇ ਨਾਲ ਉਹਦੀ ਮੱਤ ਲੈ ਕੇ ਅਤੇ ਗੁਰੂ ਸਾਹਿਬ ਨੂੰ ਧਿਆਵੇਂਗਾ, ਅਤੇ ਫਿਰ ਤੂੰ ਹੌਲੀ ਹੌਲੀ ਤੇਰਾ ਅੰਨਾਪਣ ਹੌਲੀ ਹੌਲੀ ਆਪਣਾ ਦੂਰ ਹੋਣਾ ਹੈ। ਅਤੇ ਨਹੀਂ ਅੰਨੇ ਚੀਜ਼ਾਂ ਨਾਲ ਹੀ। ਅੰਨੀ ਦਾ ਮਤਲਬ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੜ ਨੇ, ਮਿਰਤਕ ਨੇ, ਨਾਸ਼ਵੰਤ ਨੇ, ਸੁਆਹ ਹੈ ਬਾਦਸ਼ਾਹ ਸੁਆਹ। ਅਤੇ ਇਹਦੇ ਨਾਲ ਹੀ ਅਸੀਂ ਇਹ ਹੀ ਸਾਨੂੰ ਦਿਸੀ ਜਾਂਦੀਆਂ। ਇਹੀ ਅਸੀਂ ਘਰ ਬਾਰ ਵੀ ਪੱਕੇ ਮੰਨੇ ਆ, ਸਭ ਕੁਛ ਹੀ ਪੱਕਾ ਮੰਨਿਆ, ਅਤੇ ਇੱਥੇ ਸਾਡਾ ਕੱਖ ਵੀ ਨਹੀਂ ਹੈ। ਸਹਿਜੇ ਸੱਚ ਵਪਾਰੋ, ਇਹ ਕਹਿੰਦੇ ਕਰੇਗਾ ਅੰਤਰ ਵਸਤ ਮੂੜਾ ਬਾਹਰ ਪਾਲੇ। ਦੇਖੋ ਕਿੱਡੀ ਆਪਾਂ ਨੂੰ ਸਮਝ। ਕਹਿੰਦੇ ਬਾਹਰ ਨਾ ਲੱਭੀ ਕਿਤੇ, ਸਭ ਕੁਛ ਘਰ ਮੇ ਅੰਦਰ ਸਰੀਰ 'ਚ ਲੱਭੀ। ਅੰਦਰ ਹੀ ਤੇਰਾ ਬਾਪ ਬੈਠਾ ਹੈ, ਅੰਦਰੇ ਹੀ ਤੂੰ ਪੁੱਤ ਹੈ, ਅੰਦਰੇ ਹੀ ਤੂੰ 10ਵੇਂ ਦੁਆਰ 'ਚ ਉੱਪੜਨਾ ਹੈ, ਅੰਦਰੋਂ ਹੀ ਤੇਰੀ ਸੁਰਤੀ ਉੱਥੇ ਉੱਪੜਨੀ ਹੈ, ਅੰਦਰੋਂ ਹੀ ਤੂੰ ਇਹ ਸਰੀਰ, ਇਹ ਜਿਹੜਾ ਬਾਹਰਲਾ ਸਰੀਰ ਹੈ ਇਹ ਤਾਂ ਗੁਫਾ ਹੈ। ਇਹ ਗੁਫਾ ਤੋਂ ਤੂੰ ਸਮਾਧੀ ਲਾ ਕੇ ਬਾਹਰ ਨਿਕਲ ਕੇ ਜਾਏਗਾ, ਉਦੋਂ ਤੇਰਾ ਅੰਨਾ ਬਣ ਦੂਰ ਹੋਣਾ, ਉਦੋਂ ਤੂੰ ਅਗਲੀ ਦੁਨੀਆ ਜਾਣਾ। ਮੈਨੂੰ ਤਾਂ ਕਹਿੰਦੇ ਘਰ ਹੀ ਸੱਚਖੰਡ ਦਾ ਘਰ ਹੀ ਦਿਖਾ ਤਾ ਗੁਰੂ ਨੇ। ਦੇਖੋ ਹੁਣ ਘਰ ਆਪਣਾ ਉਹ ਆ, ਜੀਵ ਆਤਮਾ ਦਾ ਘਰ ਉਹ ਆ। ਹੁਣ ਇਹ ਸਰੀਰ ਦਾ ਘਰ ਇੱਥੇ ਆ। ਇਹ ਤਾਂ ਮਾਇਆ ਦਾ ਪੁੱਤਰਾ ਹੈ, ਮਾਇਆ ਦਾ ਹੀ ਘਰ ਹੈ ਇਹਦਾ। ਅਤੇ ਅੰਦਰਲਾ ਤਾਂ ਇਹਦੇ ਨੂੰ ਨਿਰਾਲਾ ਹੈ, ਅੰਦਰਲੇ ਦਾ ਤਾਂ ਕੋਈ ਮਤਲਬ ਨਹੀਂ ਹੈ, ਅਤੇ ਅੰਦਰਲੇ ਦਾ ਤਾਂ ਘਰ ਹੀ ਹੋਰ ਹੈ। ਅੰਦਰਲਾ ਤਾਂ ਇੱਥੇ 4 ਦਿਨ ਇਹਦੇ ਵਿੱਚ ਰਹਿ ਕੇ ਅਤੇ ਰੱਬ ਨੂੰ ਮਿਲਣ ਆਇਆ, ਅਤੇ ਉਹ ਸਗੋਂ ਹੋਰ ਵਿਛੜ ਜਾਣਾ ਮਨੁੱਖਾ ਜਨਮ 'ਚ। ਜੇ ਅਸੀਂ ਹੋਰ ਪਾਸੇ ਜੁੜੇ ਰਹੇ, ਫਿਰ ਸਾਨੂੰ 84 ਲੱਖ 'ਚ ਤਾਂ ਕਿਤੇ ਸਾਨੂੰ ਗੁਰੂ ਹੀ ਨਹੀਂ ਲੱਭਣਾ। ਅਤੇ ਇਹਦੇ ਵਿੱਚ ਗੁਰੂ ਹੀ ਸਾਨੂੰ ਰਸਤਾ ਘਰ ਦਿਖਾ ਸਕਦਾ। ਹੋਰ ਘਰ ਹੀ ਮੈਂ ਘਰ ਦਿਖਾਏ ਸੋ ਸਤਿਗੁਰ ਪੁਰਖ ਸਜਾਣ। ਇਸ ਸਰੀਰ ਵਿੱਚ ਹੀ ਇੱਕ ਸਤਿਗੁਰ ਹੀ ਸਾਨੂੰ ਘਰ ਆਪਣਾ ਦਿਖਾ ਸਕਦਾ। ਕਿਉਂ? ਘਰ ਨੂੰ, ਉਹ ਘਰ ਦਾ ਮਾਲਕ ਹੈ ਸਾਡਾ ਬਾਪ, ਅਤੇ ਉਹ ਘਰ ਨੂੰ ਜਾਣਦਾ ਹੈ, ਅਤੇ ਸਾਨੂੰ ਵੀ ਜਾਣਦਾ ਹੈ। ਸਾਨੂੰ ਉਹੀ ਲਿਜਾ ਸਕਦਾ ਹੈ। ਅਗਮ ਗੋਚਰ ਤਾਂ ਉਹ ਦਿਖਾ ਸਕਦਾ। ਕਿਸੇ ਬੰਦੇ ਦੀ ਝਾਕ ਨਾ ਰੱਖਿਓ ਵੀ ਸਾਨੂੰ ਦਿਖਾ ਦੂਗਾ। ਸਤਿਗੁਰ ਸੱਚੇ ਪਾਤਸ਼ਾਹ ਬੈਠੇ ਨੇ ਮਾਲਕ ਸਾਡੇ। ਜਦੋਂ ਵੀ ਇਹਨਾਂ ਨੇ ਹੀ ਸਾਨੂੰ ਆਪਣਾ ਘਰੇ ਲੈ ਕੇ ਜਾਣਾ ਹੈ। ਅਨਕ ਬਾਤਾਂ ਸਭ ਕਰ ਰਹੇ, ਗੁਰ ਘਰ ਲੈ ਆਇਆ।
ਸਾਰੀ ਦੁਨੀਆ ਤੁਹਾਨੂੰ ਗੱਲਾਂ ਬਾਤਾਂ ਬਥੇਰੀ ਕਰੂ ਵੀ ਅਸੀਂ ਦਰਸ਼ਨ ਕਰਾ ਦਿੰਦੇ ਹਾਂ ਜੀ, ਅਸੀਂ ਗੁਰੂ ਨਾਨਕ ਨਾਲ ਜੋੜ ਦਿੰਦੇ ਹਾਂ ਜੀ, ਅਸੀਂ ਤੁਹਾਨੂੰ ਸੁਰਤ ਲਵਾ ਦਿੰਦੇ ਹਾਂ। ਮੈਂ ਤੁਹਾਨੂੰ ਇੱਥੇ ਮੈਂ ਦੇਖ ਰਿਹਾ ਦੁਨੀਆ ਨੂੰ, ਪਰੰਤੂ ਸਾਰੇ ਬਾਤਾਂ ਹੀ ਨੇ, ਇਹ ਗੱਲੀ ਬਾਤ ਹੀ ਨਹੀਂ ਮਿਲਣਾ। ਗੱਲੀ ਜੇ ਮਿਲਦਾ ਹੋਵੇ ਤਾਂ ਗੱਲੀ ਜੋਗ ਨਾ ਹੋਈ, ਗੱਲਾਂ ਨਾਲ ਨਹੀਂ ਮਿਲਾਪ ਹੋਣਾ। ਅਤੇ ਸਤਿਗੁਰ ਜਿਹੜੇ ਨੇ ਉਹ ਸਾਨੂੰ ਨਾ ਉਹਦੀ ਸ਼ਰਨ ਲਵਾਂਗੇ ਅਤੇ ਸਤਿਗੁਰਾਂ ਦਾ ਆਖਾਂ ਮੰਨਾਂਗੇ, ਸਤਿਗੁਰ ਦੇ ਆਗਿਆਕਾਰੀ ਪੁੱਤ ਬਣਾਂਗੇ। ਆ ਦੇਖੋ ਕਹਿੰਦੇ ਮਹਾਰਾਜ ਕਹਿੰਦੇ ਤੁਸੀਂ ਤਾਂ ਹੋਰ ਹੀ, ਅਸੀਂ ਤਾਂ ਸਤਿਗੁਰ ਦੇ ਆਗਿਆਕਾਰੀ ਪੁੱਤ ਬਣਾਂਗੇ ਅਤੇ ਸਤਿਗੁਰਾਂ ਦਾ ਹੁਕਮ ਮੰਨਾਂਗੇ ਅਤੇ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਤਿਆਗਣ ਨੂੰ ਕਹਿੰਦੇ ਉਹ ਤਿਆਗਾਂਗੇ ਅਤੇ ਜਿਹੜੀ ਗੱਲ ਕਹਿੰਦੇ ਆ ਸਾਨੂੰ ਮੰਨਣ ਨੂੰ ਉਹ ਅਸੀਂ ਮੰਨਾਂਗੇ ਅਤੇ ਹਰ ਵਕਤ ਸਤਿਗੁਰ ਦੇ ਭੈ ਥੱਲੇ ਚੱਲਾਂਗੇ ਅਤੇ ਫਿਰ ਸਾਨੂੰ ਨਾ ਗੁਰੂ ਨੇ ਘਰ ਦਿਖਾ ਦੇਣਾ। ਸਹਿਜੇ ਸੱਚ ਵਪਾਰੋ, ਸਾਰੇ ਗੁਣ ਸਾਡੇ 'ਚ ਪੈਦਾ ਹੋ ਜਾਣੇ ਆ। ਸਹਿਜ ਜਿਹੜਾ ਹੁੰਦਾ ਹੈ, ਹੌਲੀ ਹੌਲੀ ਜਿਉਂ ਅਸੀਂ ਗੁਰੂ ਸਾਹਿਬ ਦੇ ਨਾਮ ਜਪਾਂਗੇ ਗੁਰੂ ਦਾ, ਅਤੇ ਸਾਨੂੰ ਸਹਿਜ ਦਾ ਮਤਲਬ ਸਤਿਗੁਰਾਂ ਵਾਲੇ ਸਾਡੇ ਸਾਰੇ ਗੁਣ ਆਉਂਦੇ ਜਾਣੇ ਆ ਪੁੱਤ 'ਚ। ਔਗਣਾਂ 'ਚ ਬਦਲੇ ਹੋਏ ਮਾਇਆ ਨੇ ਅਤੇ ਉਹ ਹੌਲੀ ਹੌਲੀ ਗੁਣ ਪੈਦਾ ਹੋ ਜਾਣੀਆਂ ਅਤੇ ਹੌਲੀ ਹੌਲੀ ਜਦੋਂ ਰੱਬ ਵਰਗਾ ਸੁਭਾਅ ਬਣ ਜਾਣਾ, ਸੱਚੇ ਵਰਗਾ ਸੁਭਾਅ ਬਣ ਜਾਣਾ, ਅਤੇ ਅਸੀਂ ਕਹਿੰਦੇ ਨਾ ਉਹ ਅਸੀਂ ਉਹੀ ਵਪਾਰ ਕਰਦੇ ਹਾਂ। ਹੁਣ ਸਾਰਾ ਵਪਾਰ ਜਿਹੜਾ ਨਾਮ ਦਾ ਹੈ ਸੱਚੇ ਦਾ ਵਪਾਰ ਹੈ, ਇਹ ਸੱਚੇ ਦਾ ਵਪਾਰ ਹੈ ਅਤੇ ਅਸੀਂ ਸੱਚੇ ਦਾ ਵਪਾਰ, ਗੁਰਬਾਣੀ ਵੀ ਸੱਚੀ ਹੈ, ਉਹ ਅਸੀਂ ਵਿਚਾਰ ਕਰਕੇ ਪਾਤਸ਼ਾਹ ਸਾਨੂੰ ਸਮਝਾਈ ਜਾਂਦੇ ਆ। ਹੁਣ ਆ ਗੁਰਬਾਣੀ ਰਾਹੀਂ ਪਾਤਸ਼ਾਹ ਸਾਨੂੰ ਕਿਹੜੇ ਬੰਦੇ ਦੀ ਲੋੜ ਆ, ਸੱਚੇ ਪਾਤਸ਼ਾਹ ਦੇ ਹਰੇਕ ਵਚਨ ਸਾਨੂੰ ਸਮਝਾਈ ਜਾਂਦੇ, ਭਾਈ ਵਪਾਰ ਕਰਨਾ ਹੈ ਤੂੰ ਸੱਚੇ ਸ਼ਬਦ ਦਾ ਵਪਾਰ ਕਰਨਾ ਆ ਅਤੇ ਸੱਚੇ ਸ਼ਬਦ ਦਾ ਤੂੰ ਉਹ ਕਰ। ਸਮਝ ਗਈ? ਹਰ ਧਨ ਸਾਂਝੀਏ ਭਾਈ ਉਹ ਧਨ ਜੋੜ, ਇਹ ਹਲਤ ਪਲਤ ਹਰ ਹੋਏ ਸਿਖਾਈ, ਇੱਕ ਸ਼ਬਦ ਨਹੀਂ ਹੈ। ਹਰ ਧਨ ਕੋ ਵਪਾਰੀ ਪੂਰਾ, ਅਤੇ ਉਹ ਵਪਾਰ ਗੁਰੂ ਸਾਹਿਬ ਦੇ ਨਾਲ ਮਿਲ ਕੇ ਅਤੇ ਉਹ ਗੁਰੂ ਸਾਹਿਬ ਉਹ ਤੋਂ ਵਪਾਰ ਸਿੱਖ ਤੋਂ ਕਰਾਉਂਦੇ ਆ। ਉਹ ਫਿਰ ਇਹ ਵਪਾਰ ਕਰਦੇ ਹਾਂ ਅਸੀਂ, ਅਤੇ ਇਹ ਵਪਾਰ ਕਰਦੇ ਕਰਦੇ ਸਾਨੂੰ ਨਾ ਦੁਨੀਆ ਦੇ ਧੱਦਿਆਂ ਵੱਲੋਂ ਅਸੀਂ ਛੱਡ ਦਿੱਤਾ ਅਤੇ ਨਾਮ ਦਾ ਹੀ ਅਸੀਂ ਇਕੱਠਾ ਕਰਦੇ ਹਾਂ ਅਤੇ ਸਾਨੂੰ ਨਾ ਟਿਕਾਣਾ ਹੀ ਅਸਲੀ ਮਹਾਰਾਜ ਨੇ ਸੱਚਖੰਡ ਹੀ ਦਿਖਾਤਾ। ਖੰਡਤ ਨਿੰਦਰਾ ਅਲਪ ਹਾਰਿੰਗ ਨਾਨਕ ਤਤ ਵਿਚਾਰੋ ਦੀ ਵਿਚਾਰ ਬਹੁਤ ਲੰਮੀ, ਇੱਕ ਇੱਕ ਲਾਈਨ ਦੀ, ਪਰੰਤੂ ਹੁਣ ਇਹ ਆਪਾਂ ਸਾਰੇ ਗੁਰੂ ਸਾਹਿਬ ਦੇ ਪੁੱਤ ਹਾਂ ਅਤੇ ਅਸੀਂ ਗੁਰਬਾਣੀ ਰਾਹੀਂ ਹੁਣ ਇੱਕ ਇੱਕ ਪੁਆਇੰਟ ਨੂੰ ਹੋਰ ਵੀ ਜਾਣਦੇ ਹਾਂ ਅਤੇ ਅਸੀਂ ਨਾ ਫਿਰ ਸ਼ਾਰਟਕੱਟ ਹੀ ਕਰ ਲਏ। ਹੁਣ ਯੋਗੀਆਂ ਦੀ ਸਮਝਾਉਣ ਦੀ ਗੱਲ ਆ, ਤੁਸੀਂ ਕਹਿੰਦੇ ਹੋ ਨਾ, ਕਹਿੰਦੇ ਅਸੀਂ ਇੱਥੇ ਜੀ ਮਾੜਾ ਮੋਟਾ ਕੰਦ ਮੂਲ ਖਾ ਲੈਂਦੇ ਹਾਂ। ਮਾਰੇ ਕਹਿੰਦੇ ਨਾ 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 ਨਾ, ਇਹ ਅੰਨ ਛੱਡਣਾ ਨਹੀਂ, ਅੰਨ ਖਾਇਆ ਸਾਧ ਗਵਾਇਆ, ਅੰਨ ਖਾਣਾ ਹੈ। ਪਰੰਤੂ ਅੰਨ ਨਾਲ ਜਿਹੜਾ ਉਹ ਖਾਣ 'ਚ ਫਰਕ ਹੈ, ਇਹ ਵੀ ਸਾਨੂੰ ਉਹ ਵੀ ਸਮਝਾ ਦਿੱਤਾ ਬਈ ਤੂੰ ਗ੍ਰਸਤੀ ਵਿੱਚ ਦਸਾਂ ਨਹੁੰ ਦੀ ਕਿਰਤ ਕਰਕੇ ਰੋਟੀ ਖਾਣੀ ਹੈ ਅਤੇ ਥੋੜ੍ਹਾ ਖਾਣਾ ਹੈ, ਥੋੜ੍ਹੀ ਨੀਂਦ ਲੈਣੀ ਹੈ, ਦੋਹੇ ਗੱਲ ਬਈ ਆ ਬਹੁਤਾ ਨਹੀਂ ਖਾਣਾ, ਬਹੁਤਾ ਖਾਊ ਤੈਨੂੰ ਹੋਰ ਵੀ ਨੀਂਦਰ ਆਊ ਅਤੇ ਨੀਂਦ ਵੀ ਥੋੜ੍ਹੀ ਲੈਣੀ ਹੈ ਕਿ ਵਪਾਰ ਨਹੀਂ ਤੂੰ ਇੱਥੇ ਤਾਂ ਸੌਣ ਥੋੜ੍ਹਾ ਹੈ। ਅਤੇ ਉਹ ਪਾਤਸ਼ਾਹ ਸਾਨੂੰ ਜਗਾਈ ਰੱਖਣ, ਉਹ ਕਿਤੇ ਐਵੇਂ ਨਾ ਸਮਝੋ ਵੀ ਆਪਾਂ ਸੌਣਾ ਨਹੀਂ, ਸੌਣਾ ਵੀ ਜ਼ਰੂਰ ਆ, ਪਰੰਤੂ ਗੁਰੂ ਸਾਹਿਬ ਦੀ ਯਾਦ 'ਚ ਸੌਂ ਜਾਵਾਂਗੇ, ਗੁਰੂ ਸਾਹਿਬ ਦੀ ਗੋਦੀ 'ਚ ਸੌਂਗੇ ਅਤੇ ਥੋੜ੍ਹਾ ਖਾਵਾਂਗੇ ਅਤੇ ਉਹਦੇ ਨਾਲ ਸਾਨੂੰ ਨਾ ਠੀਕ ਰਹੂਗਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ ਬਥੇਰੇ ਸ਼ਬਦ ਦੱਸੇ ਨੇ। ਅਤੇ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਖਾਣੇ ਦੀ ਬਾਬਤ ਕਹਿ, ਕਮਾਈ ਕਰਕੇ ਖਾ, ਦਸਾਂ ਉਹਦੀ ਕਿਰਤ ਖਾ, ਬੇਈਮਾਨੀ ਨਾ ਕਰੀ, ਇਹੋ ਜਿਹੀਆਂ ਚੀਜ਼ਾਂ ਪਾਤਸ਼ਾਹ ਨੇ ਸਾਨੂੰ ਸਮਝਾਈਆਂ ਨੇ ਗੁਰਮਤਿ ਵਿੱਚ, ਤਾਂ ਉਹ ਖਾਣਾ ਤੇਰਾ ਠੀਕ ਹੈ। ਸਮਝ ਲੱਗੀ? ਫਰੀਦਾ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀ। ਆ ਦੇਖੋ ਕੀ ਕਹਿੰਦੇ, ਰੁੱਖੀ ਸੁੱਖੀ ਦਾ ਮਤਲਬ ਦਸਾਂ ਨਹੁੰ ਦੀ ਕਿਰਤ ਦੀ ਰੋਟੀ, ਇਹ ਨਹੀਂ ਵੀ ਰੁੱਖੀ ਸੁੱਖੀ ਖਾਣਾ ਵੀ ਸਾਨੂੰ ਸੱਤੀ ਪ੍ਰਦੇ, ਗੁਰੂ ਸਾਹਿਬ ਨੂੰ ਯਾਦ ਕਰਦੇ ਭੋਜਨ ਖਾ, ਅਤੇ ਜਿਹੜਾ ਕੁਛ ਪਾਤਸ਼ਾਹ ਦਿੰਦੇ ਆ ਉਹ ਮਹਾਰਾਜ ਦਾ ਸਮਝ ਵੀ ਮਹਾਰਾਜ ਨੇ ਮੈਨੂੰ ਦਿੱਤਾ ਅੱਜ, ਅਤੇ ਬਾਕੀ ਠੰਡਾ ਪਾਣੀ ਪੀ। ਫਿਰ ਨਾ ਸੰਤੋਖ 'ਚ ਰਹਿ, ਭਾਵੇਂ ਇਹ ਵੀ ਹੈ ਦੇਖ ਕੇ ਜੀ ਉਹ ਇੰਨੇ ਪਦਾਰਥ ਖਾਂਦਾ, ਮੈਂ ਵੀ ਹੁਣ ਬੇਈਮਾਨੀ ਨੇ ਇਕੱਠੀ ਕਰੇਗਾ, ਪਾਪਾ ਵਜ ਹੋਏ ਨਾ ਇਕੱਠੀ, ਪਾਤਸ਼ਾਹ ਕਹਿੰਦੇ ਪਾਪਾ ਤੋਂ ਬਿਨਾਂ ਇਕੱਠੀ ਨਹੀਂ ਹੋਣੀ, ਅਤੇ ਉਹ ਖਾਣਾ ਤਾਂ ਤੇਰਾ ਖੁਸ਼ੀ ਖੁਆਰ ਆ, ਉਹ ਤਾਂ ਤੈਨੂੰ ਕੰਮ ਖਰਾਬ ਕਰ ਦੂਗਾ। ਇਹ ਦੇਖੋ ਇਹ ਵੀ ਹੁਣ ਬੜੀ ਵੱਡੀ ਲਾਈਨ ਹੈ ਬਈ ਜਿਹੜਾ ਆਪਣਾ ਖਾਣੇ ਬਾਬਤ ਜਿਹੜੀ ਖੋਲ੍ਹ ਕੇ ਦੱਸੀਏ ਤਾਂ ਉਹ ਸਾਰੀਆਂ ਬਾਬੇ ਫਰੀਦ ਨੇ ਦੋ ਤਾਂ ਦੱਸਦੀਆਂ ਵੀ ਇਹੋ ਜਿਹੀ ਰੋਟੀ ਖਾ। ਇਹ ਹੁਣ ਜੋ ਸਾਨੂੰ ਸਮਝਾਤਾ ਗੁਰਮਤਿ
ਵੀ ਇਹ ਨਹੀਂ ਵੀ ਕੰਦ ਮੂਲ ਨਾਲ ਗ੍ਰਹਿ ਤਜ ਬਣ ਖੰਡ ਜਾਈਏ ਚੁਣ ਖਾਈਏ ਕੰਦਾ। ਆ ਦੇਖੋ ਕੀ ਕਹਿੰਦੇ, ਘਰ ਨੂੰ ਛੱਡ ਕੇ ਤੇ ਤੂੰ ਇੱਥੇ ਜਾ ਕੇ ਗਾਜਰ ਮੂਲੀ ਖਾਣਾ। ਅਜੋਂ ਬਕਾਰ ਨਾ ਛੋਡੀ ਪਾਪੀ ਮਨ ਮੰਦਾ। ਤੇਰਾ ਮਨ ਜਿਹੜਾ ਹੈ ਉਹ ਬਕਾਰ ਛੱਡ ਗਿਆ, ਰੌਲਾ ਤਾਂ ਮਨ ਦਾ ਹੈ। ਜੇ ਤੂੰ ਗਾਜਰ ਮੂਲੀ ਖਾ ਲੇਗਾ ਤੇ ਬਕਾਰ ਤੈਨੂੰ ਫੁਰਨੋਂ ਹਟ ਗਏ। ਦੇਖੋ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਵਿਖੇ ਵਿਖੇ ਕੀ ਬਾਸ਼ਨਾ ਤਜੀ ਨਾ ਜਾਈ। ਇਹ ਵਿਸ਼ੇ ਵਿਸ਼ੇ ਦੀ ਬਾਸ਼ਨਾ ਜਿਹੜੀ ਆ ਤਾਂ ਛੱਡੀ ਨਹੀਂ ਜਾਂਦੀ। ਅਨੇਕ ਯਤਨ ਕਰ ਰੱਖੀਏ ਫਿਰ ਲਪਟਾਈ। ਜਿੰਨਾ ਮਰਜੀ ਤੂੰ ਗੁਰੂ ਸਾਹਿਬ ਤੋਂ ਬਗੈਰ ਇਹ ਪੰਜੇ ਦੂਤਾਂ ਨੂੰ ਵਸ ਕਰਕੇ ਕੋਈ ਦਿਖਾਵੇ ਦੁਨੀਆ 'ਚ, ਸਤਿਗੁਰ ਤੋਂ ਬਗੈਰ। ਸਤਿਗੁਰ ਨੇ ਹੀ ਸਾਡੇ ਪੰਜੇ ਦੂਤ ਵਸ ਕਰਨੇ। ਕਿਤੇ ਆਪ ਨਾ ਸਮਝ ਲਿਓ ਵੀ ਅਸੀਂ ਕਰ ਲਾਂਗੇ। ਇਹੋ ਜਿਹੇ ਮਾਇਆ ਦੇ ਸੂਰਮੀ ਬਰਿਆਮ ਨੇ, ਮਾਇਆ ਦੇ ਦੂਤ, ਇਹਨਾਂ ਨੂੰ ਗੁਰੂ ਸਾਹਿਬ ਹੀ ਕਾਬੂ ਕਰਾ ਸਕਦਾ ਸਾਨੂੰ। ਗੁਰੂ ਸਾਹਿਬ ਕਰਵਾ ਰਹੇ ਆਪਾਂ ਨੂੰ। ਇਹ ਸਾਰੇ ਦੁਸ਼ਮਣ ਨੇ ਸਾਡੇ, ਸਾਰੇ ਦੁਸ਼ਮਣ ਨੇ। ਅਤੇ ਇਹ ਹੁਣ ਮਹਾਰਾਜ ਕਹਿੰਦੇ ਬਾਸ਼ਨਾ ਹੀ ਛੱਡ ਕੇ ਦਿਖਾ ਵਿਸ਼ੇ ਦੀ। ਤੂੰ ਇੱਥੇ ਚਲਾ ਗਿਆ ਅਤੇ ਛੱਡਣੀ ਤਾਂ ਬਾਸ਼ਨਾ ਛੱਡ ਕੇ ਤਾਂ ਰੱਬ ਮਿਲਣਾ। ਅਤੇ ਤੂੰ ਇਹਨਾਂ ਜੀ ਹੋਇਆ ਪਿਆ। ਤੇਰੇ ਗੁਰੂ ਹੀ ਜਿਹੜਾ ਘਰ ਬਾਰੀ ਹੋਇਆ ਪਿਆ। ਹੁਣ ਕਈ ਬਹੁਤ ਦੁਨੀਆ ਕਹਿੰਦੀ ਜਗ੍ਹਾ ਸਰੀਰ ਹੈ ਨਹੀਂ। ਅਤੇ ਆਹ ਜਿਹੜਾ ਦੇਖੋ ਸਮਝਣ ਦੀ ਲੋੜ ਹੈ। ਮਛਿੰਦਰ ਜਿਹੜਾ ਹੈ ਉਹ ਆਪਦੇ ਕਿਹੜੇ ਸਰੀਰ ਨੂੰ ਲੈ ਕੇ ਗਿਆ ਉਹਦੇ ਸੰਗਲਾਦੀਪ ਦੇ ਰਾਜੇ 'ਚ? ਕਿਹੜੇ ਸਰੀਰ ਨੂੰ ਲੈ ਗਿਆ? ਅਗਲਾ ਕਹਿੰਦਾ ਜੀ ਸੂਖਸ਼ਮ ਸਰੀਰ ਹੈ ਨਹੀਂ। ਹੁਣ ਮਛਿੰਦਰ ਕੌਣ ਹੈ? ਬਾਹਰਲੇ ਸਰੀਰ ਨਾਲ ਚਲਾ ਗਿਆ। ਉਹਦੇ ਵਿੱਚੋਂ ਰਾਜੇ 'ਚੋਂ ਕਿਹੜਾ ਨਿਕਲਿਆ ਸਰੀਰ? ਉਹ ਨਿਕਲਿਆ, ਉਹ ਪ੍ਰਵੇਸ਼ ਕਰ ਗਿਆ ਆਪਦੀ ਰਿੱਧੀ ਸੀਧੀ। ਉਹਨੂੰ ਇਹ ਰਿੱਧੀ ਸੀਧੀ ਨਾਲ ਦੀਂਦਾ ਸੀ ਅਤੇ ਉੱਥੇ ਪ੍ਰਵੇਸ਼ ਕਰਕੇ ਅਤੇ ਰਾਣੀਆਂ ਨੂੰ ਪਤਾ ਹੀ ਨਹੀਂ ਲੱਗਿਆ। ਉੱਠ ਕੇ ਖੜਾ ਹੋ ਗਿਆ। ਉਹ ਕਹਿੰਦੇ ਰਾਜਾ ਜਿਉਂਦਾ ਹੋ ਗਿਆ। ਹੈਗਾ ਮਛਿੰਦਰ ਸੀ। ਗੋਰਖ ਉਹਨਾਂ ਨੂੰ ਕੱਢ ਕੇ ਲਿਆਇਆ ਉੱਥੋਂ। ਗੋਰਖ ਨੂੰ ਜਾ ਕੇ ਜਗਾ ਕੇ ਲਿਆਇਆ। ਜਾਗਣਾ ਮਤਲਬ ਸੁੱਤਾ ਪਿਆ। ਦੁਨੀਆ ਸਾਰੀ ਸੁੱਤੀ ਪਈ ਆ ਤਿੰਨਾਂ ਗੁਣਾਂ 'ਚ। ਤਿੰਨਾਂ ਗੁਣਾਂ ਦਾ ਮਤਲਬ ਹੈ ਸਰੀਰ ਨਾਲ ਬਾਹਰਲੇ ਨਾਲ। ਇਹ ਮਾਇਆ ਤ੍ਰੈ ਗੁਣ ਧਾਤ। ਇਹ ਤਿੰਨਾਂ ਗੁਣਾਂ ਦੇ ਪਿਆਰ ਵਿੱਚ ਹੀ ਬਾਹਰਲੇ ਸਰੀਰ ਨੂੰ ਹੀ ਆਪਣਾ ਆਪ ਸਮਝਣਾ। ਇਹ ਤਿੰਨਾਂ ਗੁਣਾਂ 'ਚ ਸੌਣਾ ਹੈ। ਅਤੇ ਇਹਨੇ ਸਰੀਰ ਨੇ ਸਾਰੇ ਬਕਾਰ ਅਤੇ ਇਹ ਹਉਮੈ ਇਹਦੀ ਵਾਈਫ ਆ, ਅਤੇ ਦੋਵੇਂ ਰਲ ਕੇ ਸਰੀਰ ਅਤੇ ਵਾਈਫ ਰਲ ਕੇ ਇਹਨਾਂ ਨੇ ਪੰਜੇ ਦੂਤ ਪੈਦਾ ਕੀਤੇ ਹੋਏ ਨੇ। ਸਾਰੇ ਬਕਾਰ ਅੱਡਾ ਬਣਿਆ ਪਿਆ ਦਾ ਅੰਦਰ ਪੂਰਾ ਅੱਡਾ ਬਣਿਆ ਪਿਆ ਜਿਹੜਾ ਦੁਸ਼ਮਣ ਦਾ ਬੰਦੇ ਜੀਵ ਦੇ ਦੁਸ਼ਮਣ ਨੇ ਸਾਰੇ। ਹੁਣ ਇਹ ਸਾਰੇ ਭਜਾਈ ਫਿਰਦੇ ਆ। ਜਿੱਦਣ ਇਹ ਗੁਰੂ ਸਾਹਿਬ ਦਾ ਬਣ ਜਾਂਦਾ ਹੈ ਉਹ ਜਗਾ ਦਿੰਦੇ ਇਹਨੂੰ, ਉਹ ਇਹਨਾਂ ਨੂੰ ਦੇਖਣ ਲਾ ਦਿੰਦੇ ਆ। ਹੁਣ ਇਹ ਦੁਸ਼ਮਣ ਸਾਡੇ ਅੰਦਰੋਂ ਕਿਉਂ ਨਹੀਂ ਨਾਸ ਹੁੰਦੇ? ਅਸੀਂ ਹਜੇ ਵੀ ਸੌਂ ਜਾਂਦੇ ਹਾਂ, ਅਸੀਂ ਵੀ ਭੁੱਲ ਜਾਂਦੇ ਹਾਂ ਹਜੇ ਵੀ ਰੱਬ। ਅਤੇ ਉਹ ਅਜੇ ਗੁਰੂ ਸਾਹਿਬ ਦੀ ਸਾਨੂੰ ਪਿਆਰ ਨਹੀਂ ਆਉਂਦਾ ਪੂਰਾ। ਪਿਆਰ ਇਹਨਾਂ ਨਾਲ ਪਿਆ ਹੋਇਆ, ਗੁਰੂ ਸਾਹਿਬ ਦਾ ਪਿਆਰ ਹਜੇ ਨਾ ਹੋਇਆ। ਹੁਣ ਹੌਲੀ ਹੌਲੀ ਸਾਨੂੰ ਹੌਲੀ ਸਹਿਜ ਇੱਥੇ ਵੀ ਸਹਿਜ ਆ। ਕੋਈ ਇਹ ਨਹੀਂ ਵੀ ਛੇਤੀ ਧੀਰਜ ਸੁਨਿਆਰ। ਮਹਾਰਾਜ ਨੇ ਕਿਹਾ ਧੀਰਜ ਸੁਨਿਆਰੇ ਵਾਲਾ ਕਰ। ਬੜਾ ਸੂਖਸ਼ਮ ਮਾਰਗ ਹੈ, ਬਹੁਤ ਬਰੀਕ ਮਾਰਗ ਹੈ। ਬਹੁਤ ਕਾਮ ਕਰੋ ਲੋਭ ਮੋਹ ਹੰਕਾਰ ਦੀਂਦੇ ਨਹੀਂ ਹਨ। ਆਸਾ ਮਨਸਾ ਤ੍ਰਿਸ਼ਨਾ ਦੀਂਦੀਆਂ ਨਹੀਂ ਹਨ। ਹਉਮੈ ਤੈਨੂੰ ਉਹੀ ਨਹੀਂ ਦੀਂਦੀ ਅਤੇ ਰੱਬ ਵੀ ਨਹੀਂ ਦੀਂਦਾ। ਸਾਰਾ ਹੈ ਹੀ ਸੂਖਸ਼ਮ ਮਾਰਗ। ਅਤੇ ਸੂਖਸ਼ਮ ਮਾਰਗ ਨੂੰ ਅਤੇ ਉਹ ਬੜੇ ਧੀਰਜ ਰੱਖ ਕੇ ਅਤੇ ਹੌਲੀ ਹੌਲੀ ਮਹਾਰਾਜ ਜਾਗਦੇ ਨੂੰ ਸਭ ਕੁਝ ਦਿਸਣ ਲੱਗ ਜਾਂਦਾ। ਸੁੱਤੇ ਨੂੰ ਨਹੀਂ ਲੱਗਦਾ ਹੁੰਦਾ। ਗੁਰੂ ਸਾਹਿਬ ਜਿਉਂ ਜਗਾਈ ਜਾਂਦੇ ਆਪਾਂ ਤਿਉਂ ਆਪਾਂ ਨੂੰ ਹੋਸ਼ ਆਉਂਦੀ। ਯਾਰ ਆਹ ਨਹੀਂ ਕਰਨਾ ਸੀ। ਆਪਾਂ ਨੂੰ ਦੇਖਿਆ ਕਰੋ ਨਿੱਤ ਆਪਦੇ ਮਨ ਨੂੰ। ਆਹ ਨਹੀਂ ਕਰਨਾ ਸੀ ਯਾਰ। ਗੁਰੂ ਸਾਹਿਬ ਨੇ ਮੇਰੇ ਤੋਂ ਗਲਤੀ ਹੋ ਗਈ। ਹੁਣ ਪਹਿਲਾਂ ਤਾਂ ਗਲਤੀਆਂ ਦਾ ਹੀ ਨਹੀਂ ਪਤਾ ਲੱਗਦਾ ਸੀ ਆਪਾਂ ਨੂੰ। ਅਤੇ ਹੁਣ ਆਪਾਂ ਨੂੰ ਆਪਦੀ ਝਾਤੀ ਵੱਜਣ ਲੱਗ ਗਈ ਵੀ ਮਨ ਵੱਲ ਝੜ ਪਾਇਆ। ਇੱਧਰ ਨੂੰ ਕਿੱਧਰ ਨੂੰ ਭੱਜ ਗਿਆ ਤੂੰ? ਅਤੇ ਹੁਣ ਸਾਰਾ ਦਿਨ ਆਪਾਂ ਰੋਕ ਕੇ ਇਹਨੂੰ ਰੱਖਣਾ। ਬਾਹਰ ਜਾਂਦਾ ਬਰਜਰ ਹਾਵੇ ਇਹਨੂੰ ਵੀ ਕਰਵਾਉਣ ਗਿਆ ਪਾਤਸ਼ਾਹ ਨੇ। ਅਤੇ ਹੁਣ ਲੱਭਣਾ ਵੀ ਅੰਦਰੋਂ ਆ। ਇਹ ਪਾਤਸ਼ਾਹ ਨੇ ਕਿਹਾ ਬਾਹਰੋਂ ਤਾਂ ਲੱਭਣ ਹੀ ਨਾ ਜਾਈਂ ਕਿਤੇ। ਬਾਹਰ ਤਾਂ ਹੈ ਹੀ ਕੁਛ ਨਹੀਂ ਤੈਨੂੰ। ਬਾਹਰ ਤਾਂ ਤੈਨੂੰ ਭਰਮਾਂ 'ਚ ਭੁੱਲੇਗਾ। ਅਤੇ ਹੁਣ ਆਪਾਂ ਇੱਥੇ ਹੀ ਇਹਦੀ ਵਿਚਾਰ ਗਾਂਹ ਅਗਲਾ ਸਵਾਲ ਕਰਦੇ ਆ। ਦਰਸ਼ਨ ਭੇਖ ਕਰੇ ਜੋਗਿੰਦਰਾ ਮੁੰਦਰਾ ਝੋਲੀ ਕਿੰਥਾ। ਅਤੇ ਬਾਹਰ ਅੰਤਰ ਏਕ ਸਰੇਬੋ ਖੜ ਦਰਸ਼ਨ। ਇਹ ਹੁਣ ਇਹ ਫੇਰ ਸਵਾਲ ਕਰਦੇ ਆ ਸਿੱਧ ਵੀ ਭੇਖ ਕਰੋ ਧਾਰਨ ਕਰੋ ਜੀ ਮਹਾਰਾਜ ਨੂੰ। ਹਜੇ ਉਹ ਹੁਣ ਇਹ ਨਹੀਂ ਵੀ ਗੁਰੂ ਸਾਹਿਬ ਉਹਨਾਂ ਨੂੰ ਪਤਾ ਨਹੀਂ ਹੈ ਗੁਰੂ ਸਾਹਿਬ ਦਾ। ਉਹ ਆਪਦੇ ਮੱਤ ਨੂੰ ਸਮਝਦੇ ਆ ਵੀ ਸਭ ਕੁਝ ਅਸੀਂ ਰੱਬ ਪਾਈ ਬੈਠੇ ਹਾਂ। ਐਵੇਂ ਆਪਣੇ ਆਪ ਨੂੰ ਹਰੇਕ ਹੀ ਦੁਨੀਆ ਕਹਿੰਦੀ ਹੈ ਵੀ ਮੈਂ ਰੱਬ ਨਾਲ ਮਿਲਿਆ ਆ। ਐਵੇਂ ਮੰਨੀ ਜਾਂਦੀ ਆ। ਅਤੇ ਜਿਹਨੇ ਰੱਬ ਨਾਲ ਮਿਲਿਆ ਹੁੰਦਾ ਉਹ ਤਾਂ ਰੇਣਕਾ ਹੋ ਜਾਂਦਾ ਦੁਨੀਆ 'ਚ। ਉਹ ਤਾਂ ਸਾਰੀ ਦੁਨੀਆ ਦਾ ਰੇਣਕਾ ਹੋ ਜਾਣਾ। ਉਹਨਾਂ ਦਾ ਆਪਣੇ ਆਪ ਨੂੰ ਕੋਈ ਜਣਾਉਣਾ ਨਹੀਂ ਵੀ ਮੈਂ ਰੱਬ ਮਿਲਿਆ ਹੋਇਆ। ਉਹਦਾ ਦੱਸਣਾ ਵੀ ਨਹੀਂ ਕੁਛ। ਅਤੇ ਉਹ
ਇੱਥੇ ਆਪਣੇ ਆਪ ਨੂੰ ਜਣਾਉਂਦੇ ਵੀ ਅਸੀਂ ਬਾਹਰਲਾ ਭੇਖ ਧਾਰ ਕੇ ਹੀ ਅਸੀਂ ਜੋਗੀ ਹਾਂ ਜੀ। ਆ ਦੇਖੋ ਕੀ ਕਿਹਾ, ਜੋਗੀ ਰਾਜ ਦਾ ਆ ਜੀ ਭੇਖ। ਉਹ ਜਿਹੜਾ ਕੀ ਹੋਇਆ, ਮੁੰਦਰਾਂ ਪਾਈਆਂ ਹੋਈਆਂ, ਝੋਲੀ ਪਾਈ ਹੋਈ ਹੈ ਅਤੇ ਖਿੰਥਾ ਗੋਦੜੀ ਪਹਿਨੀ ਹੋਈ ਹੈ। ਇਹ ਆਪਣਾ ਆਪ ਦਾ ਦੱਸਦੇ ਆ ਵੀ ਇਹ ਤੁਸੀਂ ਵੀ ਪਹਿਨ ਲਓ, ਬਾਹਰ ਅੰਤਰ ਏਕ ਸਰੇਬੋ। ਹੁਣ ਇਹ ਖਟ ਦਰਸ਼ਨ ਇੱਕ ਪੰਥ ਆ, ਇਹ 6 ਭੇਖ ਸੀ ਇਹਨਾਂ ਦੇ ਜੋਗੀਆਂ ਦੇ, 12 ਪੰਥ ਬਣੇ ਹੋਏ ਸੀ ਜਿਹਦੇ ਪੰਥਾਂ ਦੀ ਗਿਣਤੀ ਆਪਾਂ ਉਹਨਾਂ ਤੋਂ ਕੀ ਲੈਣਾ। 12 ਪੰਥ ਇੱਥੇ ਬਥੇਰੇ ਰਾਹ ਬਣਾਈ ਬੈਠੇ ਹਰੇਕ ਦੁਨੀਆ। ਆਪਾਂ ਆਪਦੇ ਹੀ ਝਾਤੀ ਮਾਰ ਲਈਏ ਵੀ ਸਾਡੇ ਹੀ ਬਥੇਰੇ ਆਪੋ ਆਪਣਾ ਪੰਥ ਬਣਾਈ ਬੈਠੇ ਨੇ। ਸਾਡਾ ਸਤਿਗੁਰ ਇੱਕ ਹੈ, ਮਰਿਆਦਾ ਇੱਕ ਹੈ, ਰੱਬ ਇੱਕ ਹੈ, ਅਤੇ ਸਾਡੀਆਂ ਦੇਖੋ ਕਿੰਨੀਆਂ ਅਲੱਗ ਅਲੱਗ, ਕਿਉਂ ਅਲੱਗ ਅਲੱਗ ਹਉਮੈ ਜਿਹੜੀ ਆ, ਉਹ ਅਲੱਗ ਅਲੱਗ ਮਾਇਆ ਜਿਹੜੀ ਆ ਟਪਲੇ ਮਾਰੀ ਜਾਂਦੀ ਆ। ਅਤੇ ਇਕੱਲੇ ਭੇਖ ਨਾਮ ਨਹੀਂ ਕੋ ਬਣਨਾ, ਉਹ ਤਾਂ ਬਾੜ ਹੈ। ਖੜ ਦਰਸ਼ਨ ਇੱਕ ਪੰਥ ਆ, ਅਤੇ ਜ਼ਰੂਰ ਬਾੜ ਵੀ ਜ਼ਰੂਰ ਰੱਖਣੀ ਹੈ। ਪਾਤਸ਼ਾਹ ਦਾ ਸਾਰਾ ਰਾਹ ਬਹੁਤ ਪੂਰੇ ਦਾ ਪੂਰਾ ਕੀਤਾ ਹੈ ਪਾਤਸ਼ਾਹ ਨੇ। ਖੜ ਦਰਸ਼ਨ ਇੱਕ ਪੰਥ ਆ, ਉਹਦੇ ਵਿੱਚ ਇੱਕ ਜਿਹੜੇ 12 ਪੰਥ ਦੇ ਵਿੱਚੋਂ ਇੱਕ ਆਈ ਪੰਥ ਵੱਡਾ ਹੈ ਇਹਨਾਂ ਦੇ ਜੋਗੀਆਂ 'ਚ। ਅਤੇ ਮਹਾਰਾਜ ਨੂੰ ਕਹਿੰਦੇ ਆ ਵੀ ਆਈ ਪੰਥ ਨੂੰ ਧਾਰਨ ਕਰੋ। ਹੁਣ ਉਹ ਜਪਜੀ ਸਾਹਿਬ 'ਚ ਹੀ ਮਹਾਰਾਜ ਨੇ ਦੱਸਤਾ, ਆਈ ਪੰਥੀ ਸੜ ਜਮਾਤੀ ਮਨ ਜੀਤੇ ਜਗ ਜੀਤ। ਉਹਦਾ ਉੱਤਰ ਦੇਤਾ ਮਹਾਰਾਜ ਨੇ। ਤੇ ਕਹਿੰਦੇ ਤੁਸੀਂ ਆਈ ਪੰਥ ਨੂੰ ਕਹਿੰਦੇ ਹੋ, ਅਤੇ ਮੇਰੇ ਤਾਂ ਸਾਰੀ ਸ੍ਰਿਸ਼ਟੀ ਮੇਰੀ ਆ, ਇਹ ਮੇਰਾ ਤਾਂ ਰਾਹ ਹੀ ਸਾਰਾ ਸ੍ਰਿਸ਼ਟੀ ਦਾ, ਸਾਰੀ ਸ੍ਰਿਸ਼ਟੀ ਨੂੰ ਤਾਰਨ ਆਇਆ ਹੋਇਆ ਪਾਤਸ਼ਾਹ ਦਾ। ਸਾਰੀ ਦੁਨੀਆ 'ਚ ਮੇਰਾ ਇੱਕੋ ਹੀ ਵਾਹਿਗੁਰੂ ਆ, ਅਤੇ ਸਾਰਿਆਂ ਦਾ ਮੇਰਾ ਰਾਹ ਸਾਰਿਆਂ ਨੂੰ ਤਾਰਨ ਵਾਲਾ ਹੈ, ਕਿਸੇ ਨੂੰ ਦੂਜੇ ਨੂੰ ਨਹੀਂ। ਵੀ ਇਹ ਨਹੀਂ ਵੀ ਦੂਜਾ ਮਾਲ ਅਤੇ ਤੂੰ ਇਹ ਅਲੱਗ ਫਰਕਾ ਕੇ ਬਣਾਈ ਬੈਠਾ। ਇਹ ਜਿਹੜਾ ਹੈ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਾਰੀ ਦੁਨੀਆ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ 4 ਵਰਨਾ ਕੋ ਸਾਂਝਾ ਹੈ। ਕਿਉਂ ਸਾਰੀ ਸ੍ਰਿਸ਼ਟੀ ਉਹਦੀ ਬਣਾਈ ਹੈ, ਅਤੇ ਆਪ ਦਾ ਰਾਹ ਦੱਸਣ ਪ੍ਰਗਟ ਹੋ ਕੇ ਰਾਹ ਦੱਸਿਆ ਉਹਨੇ। ਅਤੇ ਜਿਹੜਾ ਹੁਣ ਇਸ ਰਾਹ 'ਤੇ ਪੈ ਜਾਊਗਾ ਉਹ ਤਰ ਜਾਊਗਾ, ਜਿਹੜਾ ਨਹੀਂ ਇਹ ਤਾਰੂਗਾ ਆਪੋ ਆਪਣੇ ਆਪ ਦੀ ਹਉਮੈ 'ਚ ਰੱਖੀ ਬੈਠਾ ਹੈ। ਉਹਨੇ ਕੋਈ ਇਹ ਜਾਣਾ ਤਾਂ ਬਗਾਂ ਇੱਕ ਧਰਮਰਾਜ ਦਾ ਰਾਹ ਹੈ, ਇੱਕ ਰੱਬ ਦਾ ਰਾਹ ਹੈ, ਅਤੇ ਉਹ 84 ਲੱਖ ਜੂਨ 'ਚ ਗੇੜੇ ਖਾਊਗਾ ਅਤੇ ਜੁੱਤੀਆਂ ਖਾਊਗਾ, ਅਤੇ 84 ਲੱਖ ਮੁੜ ਕੇ ਰੱਬ ਨਾਲ ਮਿਲਾਪ ਹੀ ਨਹੀਂ। ਇੱਥੇ ਕੋਈ ਕਹੀ ਜਾਵੇ ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋਵਾ, ਅੱਗੇ ਜਾ ਕੇ ਨਿਬੇੜਾ ਹੋਣਾ ਹੈ। ਇੱਥੇ ਆਪਣੇ ਆਪ ਨੂੰ ਹਰੇਕ ਕਹੀ ਜਾਂਦਾ ਮੈਂ ਰਲਿਆ ਹਉਮੈ ਵਿੱਚ, ਕਹਿੰਦਾ ਮੈਂ ਹੀ ਮੇਰਾ ਹੀ ਧਰਮ ਠੀਕ ਆ, ਮੇਰਾ ਹੀ ਰਾਹ ਠੀਕ ਹੈ। ਅਲੱਗ ਅਲੱਗ ਪੰਥ, ਅਲੱਗ ਅਲੱਗ ਸਭ ਕੁਝ ਬਣਾਈ ਬੈਠੀ ਹੈ ਦੁਨੀਆ। ਆਪਾਂ ਨੂੰ ਪਤਾ ਹੀ ਸਾਰਿਆਂ ਨੂੰ ਦਿਸ ਰਹੀ ਹੈ, ਪਰੰਤੂ ਆ ਜਿਹੜਾ ਗੁਰੂ ਸਾਹਿਬ ਦਾ ਪਿਆਰਾ ਹੈ, ਉਹਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਆ ਜੋ ਮਰਿਆਦਾ ਅਕਾਲ ਤਖਤ ਦੀ ਹੈ, ਜੋ ਗੁਰੂ ਸਾਹਿਬ ਦੇ ਰਹਿਤ ਦੱਸੀ ਹੈ, ਉਹ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਉਹ ਧਾਰਨ ਕਰਕੇ ਰੱਖਣੀ ਹੈ, ਹਰੇਕ ਪੁਆਇੰਟ ਗੁਰਮਤਿ ਦਾ ਧਾਰਨ, ਅਤੇ ਗੁਰੂ ਸਾਹਿਬ ਦੇ ਪੈਰ ਥੱਲੇ ਜ਼ਿੰਦਗੀ ਬਤੀਤ ਕਰਨੀ ਹੈ। ਇਹ ਵਿਦ ਮਨ ਸਮਝਾਈਏ ਪੁਰਖਾ ਬਹੁਤ ਚੋਟ ਨਾ ਖਾਈਏ। ਕਹਿੰਦੇ ਆਹ ਦੱਸ ਆਹ ਕੀ ਕਹਿਤਾ, ਮੁੰਦਰਾ ਝੋਲੀ ਅਤੇ ਖੰਤ ਆ ਦੇਖੋ ਦੇਖੀ। ਇਹ ਕਹਿੰਦੇ ਪਹਿਨ ਲਓ ਅਤੇ ਇਹ ਆਈ ਪੰਥ 'ਚ ਆ ਜਾਓ, ਅਤੇ ਇਸ ਤਰ੍ਹਾਂ ਮਨ ਨੂੰ ਇਹ ਸਮਝ ਆ ਜਾਣੀ ਹੈ। ਕਹਿੰਦੇ ਮਾਇਆ ਤੁਹਾਨੂੰ ਚੋਟ ਨਹੀਂ ਮਾਰ ਸਕਦੀ। ਨਾਨਕ ਬੋਲੇ ਗੁਰਮੁਖ ਬੂਝੇ ਜੋਗ ਜੋਗ ਤੇ ਪਾਈ। ਨਹੀਂ ਕਹਿੰਦੇ ਇਹ ਉਹਨਾਂ ਦਾ ਕੁਐਸਚਨ ਹੈ। ਕਹਿੰਦੇ ਲੈ ਇਸ ਤਰ੍ਹਾਂ ਰੱਬ ਨਾਲ ਮਿਲਾਪ ਹੋ ਜੂ। ਲੈ ਗੁਰੂ ਸਾਹਿਬ ਨੂੰ ਕਹਿੰਦੇ, ਮਹਾਰਾਜ ਕਹਿੰਦੇ ਇਹ ਸਾਰਾ ਗਲਤ ਆ ਤਰੀਕਾ ਤੁਹਾਡਾ। ਹੁਣ ਪਹਿਲਾਂ ਜਪਜੀ ਸਾਹਿਬ 'ਚ ਹੀ ਦੇਖ ਲਓ, ਪਾਤਸ਼ਾਹ ਨੇ ਉੱਥੇ ਸਿੱਧਾ ਜੋਗੀਆਂ ਨੂੰ ਸਮਝਾਈ ਹੋਈ ਹੈ। ਮੁੰਦਾ ਸੰਤੋਖ, ਸ਼ਰਮਪਤ ਝੋਲੀ, ਧਿਆਨ ਕੀ ਕਰੇ ਬਪੂਤ, ਖਿੰਥਾ ਕਾਲ, ਇੱਕ ਇੱਕ ਪੁਆਇੰਟ ਦੱਸਿਆ ਵੀ ਮੁੰਦਰਾਂ ਕਿਹੜੀਆਂ ਨੇ। ਸੰਤੋਖ ਦੀਆਂ ਪਹਿਨਣੀਆਂ, ਸੰਤੋਖ ਗੁਣ ਹੋਵੇ ਤੁਹਾਡੇ ਅੰਦਰ, ਇਹ ਮੁੰਦਰਾਂ ਪਹਿਨੀਆਂ। ਹੁਣ ਉਹਦੀ ਕਿਤੇ ਫਿਰ ਵਿਆਖਿਆ ਕਰ ਲਾਂਗੇ ਆਪਾਂ। ਹੁਣ ਇਹ ਇੱਥੇ ਗੱਲ ਇਹ ਆਪਾਂ ਹੁਣ ਇਹ ਜੋ ਇੱਥੇ ਉੱਤਰ ਦਿੱਤਾ ਉਹਦੀ ਆਪਾਂ ਗੱਲ ਕਰ ਲਈਏ। ਅਤੇ ਅੰਤ ਨੂੰ ਜਿਹੜਾ ਗੁਰਸਿੱਖ ਆ ਨਾ, ਉਹ ਜੋਗੀ ਪੁਰਖ ਦਾ, ਜੋਗੀ ਪੁਰਖ ਅਸਲ ਨਾਲ, ਉਹ ਫਿਰ ਆਪਾਂ ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਅਸੀਂ ਆਹ ਪਾਤਸ਼ਾਹ ਦਾ ਸਾਨੂੰ ਬਣਾਇਆ ਆਪਣੇ ਪੁੱਤ ਨੂੰ। ਕਹਿੰਦੇ ਅਸਲੀ ਜੋਗੀ ਤਾਂ ਗੁਰਸਿੱਖ ਮੇਰਾ ਹੈ। ਅੰਤਰ ਸ਼ਬਦ ਨਿਰੰਤਰ ਮੁੰਦਰਾ ਹਉਮੈ ਮਮਤਾ ਦੂਰ ਕਰੀ। ਮਹਾਰਾਜ ਕਹਿੰਦੇ ਨਾ ਅੰਦਰ ਸੱਚਾ ਸ਼ਬਦ ਹੋਣਾ ਚਾਹੀਦਾ, ਜਿਹੜਾ ਸਰਬ ਵਿਆਪਕ ਰੱਬ ਦਾ, ਸਾਰੇ ਇੱਕ ਰਸ ਵਿਆਪਕ ਹੈ, ਵਾਹਿਗੁਰੂ ਸਾਰੇ ਪਾਸੇ ਹੀ ਹੈ। ਕੋਈ ਉਹ ਮੁੰਦਰਾਂ ਪਾਉਣੀਆਂ ਨੇ, ਉਹ ਸ਼ਬਦ ਨਾਲ ਜੁੜਨਾ, ਅੰਦਰ ਮਨ 'ਚ ਵਸਾਉਣਾ। ਇਹ ਮੁੰਦਰਾਂ ਪੈਣੀਆਂ ਆਈਆਂ, ਇਹਦੇ ਨਾਲ ਕੀ ਹੋਊਗਾ? ਇਹਦੇ ਨਾਲ ਜੋਗੀ ਕੀ ਹੋਊਗਾ? ਤੇਰੀ ਜਿਹੜੀ ਸਭ ਤੋਂ ਵੱਡੀ ਬਿਮਾਰੀ ਆ ਹਉਮੈ, ਅਤੇ ਤੇਰੀ ਮਮਤਾ। ਮਮਤਾ ਹੁੰਦੀ ਹੈ ਮੈਂ ਹੁੰਦੀ ਹੈ ਅਲੱਗ, ਮੇਰੀ ਹੋ ਜਾਣਾ, ਇਹਨੂੰ ਮਮਤਾ ਕਹਿੰਦੇ ਆ।
ਮੇਰੀ ਚੀਜ਼ ਬਣ ਜਾਣੀ, ਮੇਰੀ ਨਾਲ ਲਫ਼ਜ਼ ਲਾ, ਮੈਂ ਤੋਂ ਮੇਰੀ ਬਣਾ ਲੈਣੀ ਤੇ ਉਹਦੇ ਨਾਲ ਪਿਆਰ ਕਰਨਾ। ਇਹ ਕਹਿੰਦੇ ਦੋਵੇਂ ਦੂਰ ਹੋ ਜਾਣਗੀਆਂ ਜੇ ਤੂੰ ਨਾ ਸੱਚੇ ਸ਼ਬਦ ਨੂੰ ਆਪਦੇ ਅੰਦਰ ਹਿਰਦੇ 'ਚ ਵਸਾ ਲਵੇਂ। ਇਹ ਤਾਂ ਮੁੰਦਰਾਂ ਪਹਿਨਣੀਆਂ ਨੇ, ਸਮਝ ਗਿਆ। ਇਹਦੇ ਨਾਲ ਹੀ ਮੁੰਦਰਾਂ ਜਿਹੜੀਆਂ ਤੂੰ ਝੋਲੀ ਕਿੰਤਾ ਕਹੀ ਜਾਂਦਾ, ਇਹਦੇ ਨਾਲ ਕਾਮ ਕ੍ਰੋਧ ਹੰਕਾਰ ਨਵਾਰੇ ਇਹ ਵੀ ਦੂਰ ਹੋ ਜਾਣੇ ਆ। ਗੁਰ ਕਾ ਸ਼ਬਦ ਸੋ ਸਮਝ ਪਰੀ। ਮੈਨੂੰ ਤਾਂ ਗੁਰੂ ਦੇ ਬਚਨ ਨਾਲ, ਗੁਰੂ ਦੀ ਸਮਝ ਨਾਲ, ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਬਚਨਾਂ ਨਾਲ, ਗੁਰੂ ਪਾਤਸ਼ਾਹ ਦੇ ਗੁਰੂ ਨਾਨਕ ਦੇ ਬਚਨਾਂ ਨਾਲ ਮੈਨੂੰ ਤਾਂ ਆਹ ਸਮਝ ਲੱਗੀ ਹੈ ਬਈ ਜਿਹੜਾ ਅੰਦਰ ਸ਼ਬਦ ਵਸਾਉਣਾ ਹੈ ਤੇ ਇਹਨੇ ਸਾਰੇ ਕਾਮ ਕ੍ਰੋਧ ਵੀ ਨਿਵਾਰ ਦੇਣੇ ਤੇ ਇਹ ਸਾਰੀ ਤੇਰੀ ਹਉਮੈ ਮਮਤਾ ਵੀ ਦੂਰ ਕਰਨੀ ਹੈ। ਮੈਂ ਤਾਂ ਮੁੰਦਰਾਂ ਆਹ ਸਮਝਦਾ ਮੇਰੇ ਪੈਦੀਆਂ ਆਈਆਂ, ਮੁੰਦਰਾਂ ਤਾਂ ਤੇਰੀਆਂ ਬਾਹਰਲੀਆਂ ਆਦੇ ਮੁੰਦਰਾਂ ਝੋਲੀ ਭਰਪੁਰ ਰਿਹਾ ਸਰਬ ਨਾਨਕ ਤਾਰੇ ਏਕ ਹਰੀ। ਉੱਥੇ ਹੁਣ ਭੇਖ ਦੀ ਗੱਲ ਹੀ ਕਰ ਰਹੇ ਹਨ। ਖਿੰਥਾ ਜਿਹੜੀ ਝੋਲੀ ਪੈਣੀ ਬੈਠਾ ਹੈ, ਇਹ ਮੈਂ ਖੇਮਾ ਧਾਰੀ ਬੈਠਾ, ਇਹ ਖੇਮਾ ਜਿਹੜੀ ਧਾਰਨੀ ਆ ਤੇ ਇਹ ਮੇਰੀ ਝੋਲੀ ਹੈ ਤੇ ਭਰਪੁਰ ਰਿਹਾ ਸਾਰੇ ਸਰਬ ਵਿਆਪਕ ਮੈਂ ਰੱਬ ਨੂੰ ਸਮਝਣਾ ਤੇ ਇਹ ਮੇਰੀ ਝੋਲੀ ਸਮਝ ਲਾ ਤੂੰ। ਇਹ ਗੋਦੜੀ ਤੇ ਝੋਲੀ ਦੋਵੇਂ ਨੇ, ਖਿੰਥਾ ਝੋਲੀ ਦੋਵੇਂ ਨੇ। ਇੱਕ ਤਾਂ ਖਿੰਥਾ ਨੂੰ ਖਿਮਾ ਗਿਆ, ਉਹ ਆਪਾਂ ਕਰਦੇ ਹਾਂ ਵਿਚਾਰ। ਨਾਨਕ ਤਾਰੇ ਏਕ ਹਰੀ, ਇਹਦੇ ਨਾਲ ਸੱਚਖੰਡ ਜਾਈਆ ਸਾਰੇ ਥਾਈਂ ਵਾਹਿਗੁਰੂ ਨੂੰ ਵਿਆਪਕ ਸਮਝ ਕੇ ਅਸੀਂ ਸਾਰੇ ਕੋਈ ਨੱਕਾ ਨੱਕ ਭਰਿਆ ਕੋਈ ਥਾਂ ਹੈ ਤਾਂ ਹੈ ਨਹੀਂ, ਪਰੰਤੂ ਉਹਦੇ ਵਿੱਚ ਸਾਨੂੰ ਉਹਦੇ ਵਿੱਚ ਹੀ ਅਸੀਂ ਰਹਿ ਰਹੇ ਹਾਂ ਤੇ ਇਹ ਸਾਡੀ ਝੋਲੀ ਤੇ ਖਿੰਥਾ ਅਸੀਂ ਤਾਂ ਸਾਰੇ ਵਿਆਪਕ ਸਾਰੇ ਥਾਈਂ ਵਾਹਿਗੁਰੂ ਨੂੰ ਜਾਣਦੇ ਹਾਂ, ਇੱਕ ਨੂੰ ਜਾਣਦੇ ਹਾਂ। ਦੱਸਦੇ ਨਾ ਰਹੇ ਇਕਾਂਤ ਏਕੋ ਮਨ ਬਸਿਆ ਆਸਾ ਮੈਂ ਨਰਾਸੋ, ਉਹ ਪਹਿਲਾਂ ਦੱਸ ਗਏ ਪਾਤਸ਼ਾਹ। ਉੱਥੇ ਕਿਤੇ ਪ੍ਰਸ਼ਨ ਦਾ ਉੱਤਰ ਉੱਥੇ ਹੀ ਦਿੱਤਾ ਕਿ ਉੱਥੇ ਤਾਂ ਸਾਰਾ ਨਿਚੋੜ ਹੀ ਦੱਸਦਾ ਨਾ ਵੀ ਰੱਬ ਕਿਵੇਂ ਮਿਲਦਾ। ਤੇ ਇਕਾਂਤੀ ਕਿਸੇ ਚੀਜ਼ ਦਾ ਹੋਰ ਮਾਇਆ ਦਾ ਕੋਈ ਫੁਰਨਾ ਨਹੀਂ ਫੁਰਦਾ ਤੇ ਆਸਾਂ ਤੋਂ ਨਿਰਾਸ਼ ਰਹਿੰਦਾ। ਮਾਇਆ ਦੀ ਆਸਾਂ, ਦੂਜੀ ਆਸ ਬਣਾਸ ਹੈ, ਪੂਰੀ ਕਿਉਂ ਹੋਵੇ? ਦੂਜੀ ਆਸ ਤਾਂ ਕੋਈ ਧਾਰੇਗਾ ਤੂੰ, ਉਹ ਤਾਂ ਖਤਮ ਹੋਣ ਵਾਲੀ। ਨਿਰਾਸੇ ਦੇ ਅਰਥ ਨੇ ਆਸਾ ਤੋਂ ਨਿਰ ਹੋਣਾ। ਹੁਣ ਜਿੰਨਾ ਚਿਰ ਬਕੁੰਠ ਦੀ ਵੀ ਆਸ ਨਹੀਂ ਰੱਖਣੀ, ਇਹ ਵੀ ਆਪਾਂ ਕਬੀਰ ਜੀ ਨੇ ਇੱਕ ਥਾਂ ਸਮਝਾਇਆ ਹੈ, ਬਕੁੰਠ ਤਿੱਕਰ ਵੀ ਨਹੀਂ ਆਸ ਰੱਖਣੀ ਤੇ ਨਿਰਾਸਾ ਗੁਰੂ ਸਾਹਿਬ ਦੀ ਇੱਕ ਆਸ ਰੱਖੋ ਮਨ ਮਾਏ, ਇੱਕੋ ਹੀ ਬਾਪ ਆ ਸਾਡੀ, ਉਹਦੀ ਆਸ ਰੱਖਣੀ ਹੈ ਸਿਰਫ। ਬਾਦਸ਼ਾਹ ਨੇ ਇਹ ਵੀ ਸਾਨੂੰ ਸਮਝਦਾ। ਇੱਕ ਉਹ ਕੀ ਹੈ, ਉਹ ਗੁਰੂ ਸਾਹਿਬ ਦੇ ਨਾਮ ਦੀ ਆਸ ਰੱਖਣੀ ਹੈ, ਆਸ ਰੱਖਣੀ ਹੈ ਗੁਰੂ ਸਾਹਿਬ ਦੀ ਆਸ ਰੱਖਣੀ, ਗੁਰੂ ਸਾਹਿਬ ਦੇ ਨਾਮ ਦੀ, ਗੁਰੂ ਸਾਹਿਬ ਦੇ ਪਿਆਰ ਦੀ ਆਸ ਰੱਖਣੀ ਹੈ ਤੇ ਹੋਰ ਕੋਈ ਸਾਰੀਆਂ ਆਸਾਂ ਤੋਂ ਨਿਰਾਸ਼ ਹੋ ਜਾਣਾ। ਉਹ ਮਾਇਆ ਤੋਂ ਨਿਰਾਸ਼ ਹੋ ਗਿਆ। ਮੈਂ ਫਿਰ ਕਹਿੰਦੇ ਇਹਦੇ ਨਾਲ ਅਸੀਂ ਸੱਚਖੰਡ ਉੱਪੜਨਾ ਹੈ। ਆਹੀ ਮੇਰੀ ਤਾਂ ਗੁੜੀ ਸੱਚਾ ਸਾਹਿਬ ਸਾਚੀ ਨਾਈ ਪਰਖੇ ਗੁਰ ਕੀ ਬਾਤ ਪਰ ਖਰੀ। ਮੇਰਾ ਮਾਲਕ ਸੱਚਾ ਹੈ ਤੇ ਉਹਦਾ ਨਾਮ ਵੀ ਸੱਚਾ ਹੈ, ਸੱਚਾ ਸ਼ਬਦ। ਮਾਲਕ ਵੀ ਸੱਚਾ ਹੈ, ਮਾਲਕ ਝੂਠਾ ਨਹੀਂ ਹੈ। ਹੁਣ ਝੂਠਾ ਗੁਰੂ ਤਾਂ ਕਿਤੇ ਦੇਖੇ ਕਿਤੇ ਝੂਠੇ ਗੁਰੂ ਦੇ ਮਗਰ ਲੱਗ ਜਾਏ, ਉਹ ਸਭ ਝੂਠੇ ਨੇ। ਉਦੋਂ ਬਾਅਦ ਇਹ ਵੀ ਨਾਲ ਸਮਝਣਾ ਆਪਾਂ, ਇੱਕੋ ਹੀ ਸੱਚਾ ਸਾਹਿਬ, ਇੱਕੋ ਹੀ ਮਾਲਕ ਸੱਚਾ ਹੈ। ਉਹਦਾ ਨਾਂ ਬਾਬਾ ਨਾਨਕ ਹੈ, ਉਹਨੇ ਆਪ ਹੀ ਧਰਿਆ ਆਪਦਾ ਨਾਂ। ਉਹ ਤੇ ਉਹਦਾ ਹੀ ਨਾਂ ਸੱਚਾ ਗੁਰੂ ਹੀ ਉਹ ਹੈਗਾ ਨਾਂ ਉਹਦਾ। ਤੇ ਇਹ ਹੁਣ ਪਾਤਸ਼ਾਹ ਆਪਦੀ ਗੁਰਮਤ ਸਮਝਾ ਰਹੇ ਨੇ ਉਹਨਾਂ ਨੂੰ ਵੀ ਜੇ ਤੁਸੀਂ ਤਰਨਾ ਚਾਹੁੰਦੇ ਹੋ, ਜੇ ਤੁਸੀਂ ਪਾਰ ਲੰਘਣਾ ਚਾਹੁੰਦੇ ਹੋ ਤਾਂ ਇਹ ਮੇਰੀ ਸਤਿਗੁਰ ਦੀ ਬਾਤ ਜਿਹੜੀ ਆ ਖਰੀ ਸਮਝੀ। ਉਹਨੇ ਮਾਲਕ ਨੇ, ਗੁਰੂ ਸਾਹਿਬ ਨੇ ਆਪਣੇ ਆਪ ਨੂੰ ਕੁਛ ਨਹੀਂ ਕਹਿੰਦੇ ਨਾ, ਆਪਣੇ ਆਪ ਨੂੰ ਦੱਸਦੇ ਹੀ ਨਹੀਂ ਨਾ। ਤੇ ਮਾਲਕ ਸੱਚਾ ਹੈ ਤੇ ਉਹਦਾ ਨਾਮ ਸੱਚਾ ਹੈ, ਉਹਨੂੰ ਤੇ ਆਇਆ ਕਰੋ। ਹੋਰ ਕੋਈ ਸੱਚੀ ਚੀਜ਼ ਨਹੀਂ ਹੈ, ਸਭ ਝੂਠ ਨੇ। ਕਿਤੇ ਐਵੇਂ ਨਾ ਹੋਰ ਪਾਸੇ ਜੁੜੇ ਰਹੋ ਤੇ ਉਹਦੇ ਲੜ ਲੱਗੇ ਹੋ ਤੇ ਉਹ ਹੀ ਸਾਨੂੰ ਤਾਰੇਗਾ। ਇਹ ਹੈ ਸਾਰੇ ਸਿੱਧਾਂ ਦੇ ਪ੍ਰਸ਼ਨ ਉੱਤਰ, 5ਵਾਂ ਤੇ 6ਵਾਂ ਸੀ ਇਹ ਉਹਨਾਂ ਦਾ ਪੁਆਇੰਟ। ਤੇ ਇਹਦੇ ਵਿੱਚ ਇੱਕ ਦੇ ਵਿੱਚ ਇਹ ਨਹੀਂ ਵੀ ਮੈਂ ਆਪਾਂ ਉਹਦੀ ਵਿਆਖਿਆ ਕਰਕੇ ਇੱਕ ਜੀ ਗੁਰਮਤ ਸਮਝਾਉਣੀ ਬਹੁਤ ਲਾਰਜ ਸਕੇਲ 'ਤੇ ਹੈ ਗੁਰਮਤ ਸਮਝਾਉਣੀ, ਪਰੰਤੂ ਇੱਕ ਪੁਆਇੰਟ ਜਿਹੜਾ ਹੁਣ ਇੱਕ ਸੌਣਾ ਅਤੇ ਜਾਗਣਾ ਇਹ ਨਹੀਂ ਸਮਝ ਲੱਗਣੀ ਸਾਨੂੰ। ਅਤੇ ਉਹ ਬਾਦਸ਼ਾਹ ਕਹਿੰਦੇ ਵੀ ਗ੍ਰਸਤ ਵਿੱਚ ਜਾਗ ਕੇ ਰਹੋ, ਤੁਸੀਂ ਗ੍ਰਸਤ ਵਿੱਚ ਅਤੇ ਤੁਸੀਂ ਇੱਥੇ ਤਾਂ ਫਿਰ ਸੁੱਤੇ ਪਏ ਹੋ, ਤੁਸੀਂ ਸਾਰਾ ਸੰਸਾਰ ਸੁੱਤਾ ਪਿਆ, ਤੁਸੀਂ ਕੀ ਸੁੱਤੇ ਪਏ ਹੋ? ਰਿੱਧੀਆਂ ਸਿੱਧੀਆਂ ਨਿੱਧੀਆਂ ਸਭ ਸਵਾਉਣ ਵਾਲੀਆਂ ਗੱਲਾਂ ਨੇ ਤੇ ਇਹਨਾਂ ਨੂੰ ਤੁਸੀਂ ਕਹਿੰਦੇ। ਤੇ ਗੁਰਸਿੱਖ ਜਿਹੜਾ ਹੈ ਉਹਦੇ ਤਾਂ ਮਗਰ ਬਰਮ ਬਿੰਦੇ ਤੇ ਇਸਦਾ ਬਰਮ ਤੋਂ ਰਹੇ ਇੱਕ ਸ਼ਬਦ ਲਿਵਲਾਏ, ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹੈ ਹਿਰਦੇ ਸੇ ਸਦਾ ਬਸਾਏ। ਉਹ ਨਿਧੀ ਸਿੱਧੀ ਵੱਲ ਝਾਕਦਾ ਵੀ ਨਹੀਂ ਹੈ ਮੇਰਾ ਪੁੱਤ।
ਉਹ ਤਾਂ ਉਹ ਨਹੀਂ ਸੌਂਦਾ, ਉਹ ਇਹਨਾਂ ਨੂੰ ਸਾਰਿਆਂ ਨੂੰ ਮਾਇਆ ਦੀ ਸਮਝਦਾ ਗੱਲ। ਉਹਨੂੰ ਗੁਰੂ ਸਾਹਿਬ ਨੇ ਇੰਨਾ ਜਗਾ ਦਿੱਤਾ ਵੀ ਗੁਰੂ ਸਾਹਿਬ ਜਾਗਦੇ ਸਾਰੇ ਕਿਸੇ ਚੀਜ਼ ਦਾ ਮੋਹ ਨਹੀਂ ਗੁਰੂ ਸਾਹਿਬ ਨੂੰ। ਅਤੇ ਉਹ ਪੁੱਤ ਵੀ ਉਹੋ ਜਿਹਾ ਬਣਨਾ ਚਾਹੀਦਾ, ਉਹੋ ਜਿਹੇ ਗੁਣ ਆਉਣੇ ਚਾਹੀਦੇ। ਆਪਾਂ ਹੁਣ ਇੱਕ ਥਾਂ ਇੱਕ ਸ਼ਬਦ ਬਹੁਤ ਗੁਰਸਿੱਖ ਦੀ ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਹੁਣ ਇਹ ਲਾਈਨ ਹੀ ਆਪਾਂ ਸਿੱਧ ਕਰਨੀ। ਜੋਗੀ ਜਾਗਦੇ ਸਾਰਾ ਦਿਨ ਜਿੰਨਾ ਚਿਰ ਸਰੀਰ ਦੇ ਵਿੱਚ ਰਹਿਣਾ, ਅਤੇ ਮਾਇਆ ਦੇ ਵਿੱਚ ਰਹਿ ਕੇ ਉਦਾਸ ਰਹਿਣਾ। ਮਾਇਆ ਦੇ ਵਿੱਚ ਕੋਈ ਮਾਇਆ ਵਿੱਚ ਕੋਈ ਐਵੇਂ ਬਸ ਮਹਾਰਾਜ ਨੇ ਵਰਤਣ ਵਾਸਤੇ ਦਿੱਤੀ ਹੈ, ਅਤੇ ਮਹਾਰਾਜ ਨੇ ਮਹਾਰਾਜ ਦੀ ਦਾਸੀ ਸਮਝ ਕੇ ਇਹਨੂੰ ਆਪਦਾ ਆਪ ਅਲੱਗ ਰਹਿਣਾ, ਨਿਰਾਲਾ ਰਹਿਣਾ। ਮੁੰਦਰਾ ਜਿਹੜੀਆਂ ਕੰਨੀ ਮੁੰਦਰਾ ਜਿਹੜੀਆਂ ਨੇ ਮੰਤਰ ਗੁਰ, ਜਿਹੜੀ ਕੰਨੀ ਮੁੰਦਰਾਂ ਪਾਉਣੀਆਂ, ਮੇਰਾ ਗੁਰਮੰਤਰ ਜਿਹੜਾ ਹੈ ਕੰਨੀ ਮੁੰਦਰਾਂ ਪਾਈਆਂ, ਇਹ ਮੇਰੀਆਂ ਮੁੰਦਰਾਂ। ਸੰਤ ਧੂੜ ਬਪੂਤ ਸਲਾਸੀ, ਜਿਹੜੀ ਤੂੰ ਸੁਆਹ ਮੜੀ ਬੈਠਾ ਨਾ ਜੋਗੀਆ, ਉਹ ਮੈਂ ਨਾ ਗੁਰਸਿੱਖਾਂ ਦੀ ਸਾਧ ਸੰਗਤ ਦੀ ਜਿਹੜੀ ਧੂੜ ਆ ਨਾ ਜੋੜਿਆਂ ਦੀ, ਉਹ ਮੱਥੇ ਨੂੰ ਲਾਉਣਾ। ਉਹ 'ਚ ਮੈਂ ਦੇਖੋ ਆ ਗੁਰਸਿੱਖੀ ਸਮਝਾ ਰਹੇ ਕਿਵੇਂ ਜੋਗੀ ਜਾਗਦੇ ਨੇ ਗੁਰਸਿੱਖ। ਗੁਰਸਿੱਖ ਜਿਹੜੇ ਨੇ ਉਹ ਸੰਤਾਂ ਦੀ ਧੂੜ ਸੰਗਤ ਦੇ ਜੋੜੇ ਝਾੜਨੇ, ਸੰਗਤ ਦੀ ਜੋੜੇ ਝਾੜਨੇ ਹੀ ਨਹੀਂ, ਆਪਦੇ ਮਸਤਕ ਨੂੰ ਲਾਉਣੇ। ਆਪਦੇ ਮਸਤਕ ਨੂੰ ਲਾ ਕੇ ਤਾਂ ਜਾਗਦੇ ਰਹੀਦਾ। ਕਿਉਂ? ਇਹਦੇ ਨਾਲ ਸਾਡੀ ਹਉਮੈ ਘਟਦੀ ਹੈ, ਨਿਮਰਤਾ ਆਉਂਦੀ ਹੈ ਕਿ ਜੋੜੇ ਕਿਉਂ ਸਾਫ਼ ਕਰਨੇ ਆ, ਜੋੜਿਆਂ ਨੂੰ ਕਿਉਂ ਜੋੜੇ ਇਹ ਸਾਡੇ ਜੋੜਿਆਂ, ਇਹ ਸੇਵਾ ਹੈ ਗੁਰੂ ਦੀ। ਅਤੇ ਇੱਕ ਗੱਲ ਨਹੀਂ ਆ, ਬਹੁਤ ਸਾਨੂੰ ਇਹਨੇ ਤਾਰਨਾ ਹੈ ਇਸ ਗੱਲ ਨੇ। ਸਾਡੀ ਤਾਂ ਤੂੰ ਸੁਆਹ ਮੜੀ ਬੈਠਾ, ਸਾਡੀ ਤਾਂ ਆਹ ਧੂੜ ਹੈ। ਤੂੰ ਕੰਨਾਂ 'ਚ ਮੁੰਦਰਾਂ ਪਾਈ ਬੈਠਾ, ਸਾਡਾ ਗੁਰਮੰਤਰ ਜਿਹੜਾ ਹੈ ਇਹੀ ਕੰਨਾਂ 'ਚ ਮੁੰਦਰਾਂ ਪਾਉਣਾ ਹੈ। ਖਿੰਥਾ ਖਿਮਾ ਹੜਾਵਣੀ ਆ ਸ਼ਬਦ ਬੜੇ, ਜਿਹੜੀ ਖਿਮਾ ਧਾਰਨੀ ਹੈ ਨਾ, ਖਿਮਾ ਕੀ ਹੁੰਦੀ ਹੈ? ਵਧੀਕੀ ਨੂੰ ਜਰ ਜਾਣਾ, ਵਧੀਕੀ ਨੂੰ ਜਰ ਜਾਣਾ ਉਹਨੂੰ ਖਿਮਾ ਕਹਿੰਦੇ। ਇਹ ਵੀ ਸਾਨੂੰ ਆਪਾਂ ਨੂੰ ਖਿਮਾ ਦਾ ਨਹੀਂ ਪਤਾ ਲੱਗਣਾ। ਹੁਣ ਸਾਰੀ ਵਧੀਕੀ ਨੂੰ ਐਡੋ ਸਾਡਾ ਬਾਪ ਐਡੀ ਵਧੀਕੀ ਜਰ ਕੇ ਗਿਆ ਸਾਡੇ ਵਾਸਤੇ ਪਰਉਪਕਾਰ ਖਾਤਰ, ਤੱਤੀ ਤਵੀ 'ਤੇ ਬਹਿ ਗਿਆ, ਤੱਤੀ ਤਵੀ 'ਤੇ ਬਹਿ ਗਿਆ ਨਹੀਂ? ਕਿੱਡੀ ਖਿਮਾ, ਕਿੱਡੀ ਵਧੀਕੀ ਹੈ। ਉਦੋਂ ਕਰ ਤਾਂ ਕੋਈ ਵਧੀਕੀ ਜਰ ਹੀ ਨਹੀਂ ਸਕਦਾ। ਅਤੇ ਅਸੀਂ ਮਾੜੀ ਚੀਜ਼ ਪਿੱਛੇ ਅਸੀਂ ਖਿੱਚ ਜਾਂਦੇ ਹਾਂ। ਜੇ ਕੋਈ ਸਾਨੂੰ ਗਾਲ ਕੱਢ ਗਿਆ, ਜੇ ਕੋਈ ਸਾਡੀ ਨਿੰਦਿਆ ਕਰ ਗਿਆ, ਤਾਂ ਅਸੀਂ ਕਹਿਣਾ ਬਸ ਠੀਕ ਆ, ਬਹੁਤ ਚੰਗਾ ਯਾਰ, ਕੋਈ ਮਨ 'ਚ ਆਵੇ ਨਾ ਵੀ ਇਹ ਵੀ ਰੱਬ ਦਾ ਪਿਆਰਾ, ਮੈਨੂੰ ਕੋਈ ਫਾਇਦੇ ਕਰ ਗਿਆ। ਇਹ ਆ ਖਿੰਥਾ ਖਿਮੀ ਪ੍ਰੇਮ ਪੱਤਰ। ਦੇਖੋ ਕਿ ਇੱਕ ਇੱਕ ਗੱਲ ਸਮਝਾਏ, ਜਿਹੜਾ ਤੂੰ ਖਾਨਾ ਹੈ ਨਾ, ਇਹ ਮੇਰਾ ਰੱਬ ਨਾਲ ਪ੍ਰੇਮ ਹੈ। ਇਹ ਰੱਬ ਨਾਲ ਪ੍ਰੇਮ ਜਿਹੜਾ ਇਹ ਮੇਰਾ ਪੱਤਰ ਹੈ। ਭਾਓ ਭੁਗਤ ਬਲਾਸੀ, ਅਤੇ ਜਿਹੜਾ ਤੂੰ ਉਹ ਭੁਗਤ ਦਾ ਉਹ ਭੰਡਾਰ ਨਾਲ ਵੰਡਦੇ ਆ, ਉਹ ਭੁਗਤ ਗਿਆਨ, ਉਹ ਕੋਈ ਚੀਜ਼ ਚੂਰਨਾ ਚਾਰਨਾ ਵੰਡਦੇ ਆ। ਹਾਂ, ਅਤੇ ਉਹ ਅਸੀਂ ਰੱਬ ਦਾ ਸਾਡਾ ਪ੍ਰੇਮ ਜਿਹੜਾ ਹੈ ਇਹੀ ਚੂਰਨਾ ਹੈ, ਅਤੇ ਇਹਦੇ ਨਾਲ ਅਸੀਂ ਪੂਰੇ ਖੁਸ਼ ਰਹਿੰਦੇ ਹਾਂ। ਦੇਖੋ ਆ ਦੇਖੋ ਗੁਰਸਿੱਖ ਦੀ ਦੱਸਣਾ ਸਾਰਾ ਕੁਛ ਗੁਰਸਿੱਖ 'ਚ ਕੀ, ਇਹ ਸਾਰੇ ਗੁਣ ਆਪਣੇ 'ਚ ਪਾਤਸ਼ਾਹ ਸੱਚੇ ਪਾਤਸ਼ਾਹ ਲਿਆਓ ਤਾਂ ਗੱਲ ਬਣਨੀ ਆ। ਅਤੇ ਹੁਣ ਫਿਰ ਅੱਗੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਗਿਆਨ ਡੰਡਾ ਅਤੇ ਗੁਰਦਾਸ। ਹਾਂ, ਫਿਰ ਅੱਗੇ ਸਾਨੂੰ ਆ ਗਿਆ ਸਿੰਘੀ ਸ਼ਬਦ ਸੁਰਤ ਸਿੰਘੀ ਬਾਜੇ। ਸੁਰਤ ਸ਼ਬਦ ਜਿਹੜਾ ਹੈ ਇਹਦਾ ਅਭਿਆਸ ਜਿਹੜਾ ਹੈ, ਇਹ ਜਿਹੜਾ ਤੂੰ ਸਿੰਘੀ ਵਜਾਉਣਾ ਹੈ, ਅਸੀਂ ਸ਼ਬਦ ਸੁਰਤ ਦੀ ਅੰਦਰ ਸਿੰਘੀ ਵਜਾਉਂਦੇ ਹਾਂ। ਸ਼ਬਦ ਸੁਰਤ ਦਾ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਅਸੀਂ ਸੁਰਤ ਨਾਲ ਸੁਣਦੇ ਹਾਂ। ਇਹ ਸਾਡੀ ਸਿੰਘੀ ਹੈ, ਗੁਰਸਿੱਖ ਦੀ ਸਿੰਘੀ ਇਹ ਹੈ। ਅਤੇ ਗਿਆਨ ਡੰਡਾ ਹੈ, ਡੰਡਾ ਗਿਆਨ, ਜੇ ਤੇਰਾ ਡੰਡਾ ਹੱਥ 'ਚ ਪੜਿਆ ਸਾਡਾ ਗਿਆਨ। ਧਿਆਨ ਗੁਰਦਾਸੀ, ਜਿਹੜਾ ਅਸੀਂ ਹਰ ਵਕਤ ਗੁਰੂ ਸਾਹਿਬ ਦੇ ਨਾਲ ਚਰਨਾਂ ਨਾਲ ਜੁੜੇ ਰਹਿੰਦੇ ਹਾਂ, ਅਤੇ ਉਹ ਨਾ ਅਸੀਂ ਗੁਰੂ ਦੇ ਦਾਸ ਬਣੇ ਰਹਿੰਦੇ ਹਾਂ। ਇਹ ਧਿਆਨ ਆ ਸਾਡਾ, ਸਾਰਾ ਦਿਨ ਗੁਰੂ ਸਾਹਿਬ ਦੇ ਦਾਸ, ਦਾਸਾਂ ਦੇ ਵੀ ਦਾਸ ਸੱਚੇ ਪਾਤਸ਼ਾਹ। ਇਹ ਗੁਣ ਹੋਣੇ ਚਾਹੀਦੇ ਆ, ਅਤੇ ਇਹ ਸਾਡਾ ਧਿਆਨ ਹੈ। ਜਿਹੜਾ ਤੂੰ ਧਿਆਨ ਲਾਉਣਾ ਨਾ ਆਪਣੇ ਆਪ ਐਵੇਂ ਕਿਤੇ ਉੱਤੇ ਨੂੰ ਤਾਂ ਨੂੰ, ਇਹ ਨਹੀਂ ਹੈ। ਇੰਨਾ ਗੁਰੂ ਦਾ ਦਾਸਾਂ ਦਾਸ ਹੋ ਕੇ ਰਹਿਣਾ। ਸਾਧ ਸੰਗਤ ਗੁਫਾ ਵਿੱਚ, ਸਾਧ ਸੰਗ ਗੁਰਗੁਫਾ ਵਿੱਚ, ਸਾਧ ਸੰਗਤ ਦੀ ਆ ਗੁਰੂ ਗੁਫਾ। ਤੂੰ ਗੁਫਾ 'ਚ ਬਹਿ ਕੇ ਸਮਾਧੀ ਲਾਉਣਾ, ਅਸੀਂ ਸਾਧ ਸੰਗ 'ਚ ਲਾਉਂਦੇ ਹਾਂ।
ਗੁਰੂ ਸਾਹਿਬ ਦੀ। ਆਹ ਸਾਡੀ ਸਾਧ ਸੰਗਤ ਦੀ ਗੁਫਾ ਹੈ, ਆਹ ਸਾਧ ਸੰਗਤ ਦੀ ਸਾਡੀ ਗੁਫਾ ਹੈ, ਸਾਧ ਸੰਗਤ ਗੁਫਾ ਵਿੱਚ। ਅਤੇ ਉੱਥੇ ਅਸੀਂ ਫਿਰ ਅਸੀਂ ਸੁੰਨ ਸਮਾਧ ਅਗਾਧ ਨਿਵਾਸੀ। ਅਸੀਂ ਹੌਲੀ ਹੌਲੀ ਹੁਣ ਦੇਖੋ ਇਹ ਅਖੀਰਲੀ ਮੰਜ਼ਿਲ ਹੈ ਜਦੋਂ ਸਰੀਰ ਨਾਲੋਂ ਅਸੀਂ ਜਮਾਂ ਟੁੱਟ ਜਾਣਾ ਹੈ, ਉਹਨੂੰ ਸੁੰਨ ਸਮਾਧੀ ਕਹਿੰਦੇ। ਸਾਰਾ ਸਰੀਰ ਸੁੰਨ ਹੋ ਜਾਣਾ ਅਤੇ ਉਦੋਂ ਬਾਅਦ ਹੀ ਸਾਡਾ ਦਸਵਾਂ ਦੌਰ ਖੁੱਲ੍ਹਣਾ ਹੈ, ਉਦੋਂ ਬਾਅਦ ਹੀ ਅਸੀਂ ਸੱਚਖੰਡ ਨੂੰ ਜਾਣਾ ਹੈ। ਅਤੇ ਇਹ ਦੇਖੋ ਇਹ ਅਗਾਧ ਬੋਧ ਰੱਬ ਹੈ, ਉਹਦੇ 'ਚ ਸਾਡਾ ਨਿਵਾਸ ਤਾਂ ਹੋਣਾ ਹੈ। ਅਤੇ ਸੁੰਨ ਸਮਾਧੀ ਹੋਊਗੀ। ਹੁਣ ਸੁੰਨ ਸਮਾਧੀ ਪਾਤਸ਼ਾਹ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰੀ ਸੰਗਤ ਅਸ਼ੀਰਵਾਦ ਦਿਓ, ਇਸ ਜੀਵ 'ਤੇ ਵੀ ਸੁੰਨ ਸਮਾਧੀ ਹੋ ਜਾਈਏ। ਅਸੀਂ ਇਹੀ ਤਰਲੇ ਲੈਂਦੇ ਹਾਂ, ਇਹ ਤਾਂ ਨਹੀਂ ਵੀ ਅਸੀਂ ਸੁੰਨ ਸਮਾਧੀ ਹੋਏ ਹਾਂ। ਅਸੀਂ ਪਾਤਸ਼ਾਹ ਤੋਂ ਮੰਗਦੇ ਹਾਂ ਵੀ ਸੱਚੇ ਪਾਤਸ਼ਾਹ ਸਾਨੂੰ ਇਸ ਸਰੀਰ ਤੋਂ ਡੈਡ ਕਰ ਦੇ ਅਤੇ ਆਪਣੇ ਚਰਨਾਂ 'ਚ ਉੱਥੇ ਲੈ ਚੱਲ ਜਿਉਂਦੇ ਜੀ। ਇਹਨੂੰ ਕਹਿੰਦੇ ਜੀਵਨ ਮੁਕਤ, ਇਹਨੂੰ ਕਹਿੰਦੇ ਆ ਮਰਿਆ ਹੋਇਆ ਜਿਉਂਦਾ ਸਾਰਾ ਕੁਛ। ਅਤੇ ਇਹ ਹੌਲੀ ਹੌਲੀ ਜਦੋਂ ਇਹ ਉਹਨਾਂ 'ਚ ਨਹੀਂ ਹੋਣਾ ਜਿੰਨਾ 'ਚ ਸਾਡੇ ਅੰਦਰ ਨਿਰਾਸ਼ਤਾ ਨਹੀਂ ਆਉਂਦੀ, ਜਿੰਨਾ 'ਚ ਸਾਡੇ ਅੰਦਰ ਖਾਸ਼ਾਂ ਅਤੇ ਆਸਾਂ ਅੰਦੇਸ਼ਾਂ ਅਤੇ ਨੇਕ ਕੇਵਲ ਹਉਮੈ ਸ਼ਬਦ ਜਲਾਏ ਇਹ ਨਹੀਂ ਨਿਕਲਦੇ, ਉਹਨਾਂ 'ਚ ਸਾਡੇ ਅੰਦਰ ਇਹ ਨਹੀਂ ਹੋਣੀ। ਹੌਲੀ ਹੌਲੀ ਗੁਣ ਪੈਦਾ ਹੋਈ ਜਾਣੇ ਆ। ਜਿਉਂ ਗੁਣ ਪੈਦਾ ਹੋਈ ਜਾਣੇ ਆ ਅਤੇ ਸਾਡੇ ਵਿੱਚ ਸਾਨੂੰ ਤਿਉਂ ਤੋਂ ਸਾਡੀ ਸਮਾਧੀ ਲੱਗਦੀ ਜਾਣੀ ਆ, ਤਿਉਂ ਅਸੀਂ ਵਾਹਿਗੁਰੂ ਵੱਲ ਨੂੰ ਤੁਰੇ ਜਾਣਾ। ਆਹ ਦੇਖੋ ਗੁਰਸਿੱਖ ਦੀ ਜੋਗੀ ਪੁਣਾ ਕਿੱਡਾ ਦੇਖੋ ਪਾਤਸ਼ਾਹ ਨੇ ਸਮਝ ਕਰ ਹਉਮੈ ਰੋਗ ਅਰੋਗ ਕਰ, ਆਹ ਅਖੀਰਲੀ ਲਾਈਨ। ਉਹਦੇ ਵਿੱਚੋਂ ਸਾਡੀ ਮੈਂ ਤੋਂ ਤਾਂ ਬੜਾ ਰੋਗ ਭਿਆਨਕ ਹੈ। ਅਸੀਂ ਤਾਂ ਇਹਨੂੰ ਪਿਆਰਾ ਸਮਝਦੇ ਹਾਂ, ਦੁਨੀਆ ਸਾਰੀ ਪਿਆਰ ਕਰਦੀ ਹੈ ਹਉਮੈ ਨੂੰ, ਮੈਂ ਨੂੰ। ਕੋਈ ਨਹੀਂ ਸਮਝਦਾ ਮੈਂ ਰੋਗੀ ਹਾਂ, ਕੋਈ ਨਹੀਂ ਕਹਿੰਦਾ ਮੈਂ ਬਿਮਾਰ ਹਾਂ। ਮਹਾਰਾਜ ਹਰ ਕਹੀ ਚੱਲ ਪਾਤਸ਼ਾਹ ਹਉਮੈ ਦੀਰਘ ਰੋਗ ਹੈ, ਤੂੰ ਕਹੀ ਚੱਲ, ਅਸੀਂ ਤਾਂ ਨਹੀਂ ਰੋਗੀ ਗਿਣਦੇ। ਹੁਣ ਸਾਰੀਆਂ ਬਿਮਾਰੀਆਂ ਦੀ ਜੜ ਇਹ ਹੈ ਕਿਸੇ ਨੂੰ ਪਤਾ? ਮੌਤ ਤਿੱਕਰ, ਜਨਮ ਮਰਨ ਤਿੱਕਰ ਜੜ ਇਹ ਹੈ। ਅਤੇ ਐਡਾ ਰੋਗ ਲੱਗਿਆ ਹੋਇਆ ਸਾਨੂੰ ਤਾਂ। ਹਉਮੈ ਰੋਗ ਮਨੁੱਖ ਕੋਈ ਨਾ, ਇਹ 'ਚੋਂ ਤੰਦਰੁਸਤ ਹੋ ਜਾਏਗਾ। ਜਦੋਂ ਤੂੰ ਉਤਲੀ ਆ ਸਾਰਾ ਕੁਛ ਕਰ ਲਿਆ ਨਾ, ਉਦੋਂ ਤੂੰ ਤੰਦਰੁਸਤ ਹੈਗਾ। ਵਿਜੋਗ ਬਨਾਸੀ, ਤੇਰਾ ਰੱਬ ਨਾਲ ਵਿਛੋੜਾ ਖਤਮ ਹੋ ਜਾਊ। ਸਾਧ ਸੰਗਤ ਗੁਰਮਤ ਸ਼ਾਬਾਸ਼ੀ, ਦੇਖੋ ਇਹ ਸਾਰਾ ਕੰਮ ਕਹਿੰਦੇ ਸਾਧ ਸੰਗਤ ਦੇ ਵਿੱਚ ਗੁਰੂ ਦੀ ਮੱਤ ਲੈ ਕੇ, ਗੁਰੂ ਨਾਨਕ ਦੀ ਮੱਤ ਲੈ ਕੇ, ਗੁਰੂ ਨਾਨਕ ਦਾ ਬਣ ਕੇ, ਹੁਣ ਗੁਰੂ ਦੀ ਮੱਤ ਵਿੱਚ ਸਾਰਾ ਕੁਛ ਆਉਂਦਾ ਹੈ। ਇਹ ਨਹੀਂ ਵੀ ਗੁਰਮਤ ਮਾੜੀ ਜੀ ਗੱਲ ਕਹਿ ਦੀ। ਅਸੀਂ ਗੁਰਮਤ ਦੇ ਉੱਤੇ ਅਸੀਂ ਪੂਰਾ ਅਜੇ ਚੱਲ ਹੀ ਨਹੀਂ ਸਕੇ। ਸ਼ਾਬਾਸ਼ੀ ਇਹ ਹੁਣ ਗਾਂ ਬਹੁਤ ਦੁਨੀਆ ਕਹਿੰਦੀ ਹੈ ਜੀ ਗਾਂ ਸੂਖਸ਼ਮ ਹੈ ਨਹੀਂ, ਰੱਬ ਦਾ ਪਤਾ ਸੂਖਸ਼ਮ। ਆਹ ਸ਼ਾਬਾਸ਼ ਕਿਹਨੂੰ ਮਿਲਣੀ ਬਈ? ਉੱਥੇ ਸੰਗਲ ਕਿਹਦੇ ਗਲ 'ਚ ਪਾਇਆ ਜਾਂਦਾ? ਉੱਥੇ ਧਰਮਰਾਜ ਦੀ ਕਚਹਿਰੀ 'ਚ ਉਹ ਕੌਣ ਆ? ਹੁਣ ਦੇਖੋ ਪਾਤਸ਼ਾਹ ਸਰੀ ਸੂਖਸ਼ਮ ਸਰੀ ਸਾਰੀ ਖੇਡ ਹੀ ਉਹਦਾ ਹੈ। ਗੁਰੂ ਨਾਨਕ ਦੇ ਦਰਬਾਰ ਵਿੱਚ ਉਹਨੂੰ ਸ਼ਾਬਾਸ਼ ਮਿਲਣੀ ਆ। ਇਹ ਜਿਹੇ ਗੁਰਸਿੱਖ ਨੂੰ ਜਿਹਨੇ ਆ ਜੋਗੀ ਪੁਣਾ ਧਾਰਨ ਕੀਤਾ ਹੈ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਨ, ਸੱਚੇ ਪਾਤਸ਼ਾਹ ਇਹੋ ਜਿਹਾ ਜੋਗੀ ਪੁਰਖ ਸਾਨੂੰ ਬਣਾ ਦੇ। ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਇਹੀ ਬੇਨਤੀ ਆ ਸਾਡੀ, ਜੋਗੀ ਇਹੋ ਜਿਹਾ ਬਣਾ ਦੇ। ਇਹ ਅਸੀਂ ਕਿਤੇ ਪੜ੍ਹੀ ਨਾ ਜਾਈਏ, ਸਾਨੂੰ ਸੱਚੇ ਪਾਤਸ਼ਾਹ ਭਗਤੀ ਕਰਵਾ ਲਾ ਅਤੇ ਕਰਨੀ ਕਰ ਬਖਸ਼ ਦੇ, ਅਤੇ ਇਹ ਯੋਗ ਪੁਣਾ ਬਖਸ਼ ਦੇ। ਸੱਚੇ ਪਾਤਸ਼ਾਹ ਸਾਨੂੰ ਜਿਵੇਂ ਤੂੰ ਮੱਤ ਦੇ ਰਿਹਾ ਗੁਰਮਤ ਦੀ, ਇਹ ਸਾਡੇ ਅੰਦਰ ਦ੍ਰਿੜ ਕਰ ਦੇ, ਸਾਡੇ ਅੰਦਰ ਨਾਮ ਹਿਰਦੇ 'ਚ ਵਸਾ ਦੇ। ਇਹ ਸੱਚੇ ਪਾਤਸ਼ਾਹ ਮਿਹਰ ਦੀ ਨਿਗਾਹ ਕਰ ਇਸ ਜੀਵ 'ਤੇ। ਅਗਰ ਵਾਧਾ ਘਾਟਾ ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।